प्रोग्राम खास खबर देख रहे दर्शकों का स्वागत। मैं हाँ कमलजीत सिद्धू ते तुसीं देख रहे हो दा पंजाब टॉक्स। 2000 ਦੇ ਨੋਟ ਬੰਦ ਕਰਨ ਦੀ ਕਵਾਇਦ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਆ। ਆਰਬੀਆਈ ਨੇ ਕਿਹਾ ਆ ਕੇਂਦਰ ਸਰਕਾਰ ਹੁਣ ਇਹ ਕੀ ਕਰਦੀ ਪਈ ਆ, ਰੌਲਾ ਪਿਆ ਇਸ ਗੱਲ ਦੇ ਉੱਤੇ ਚਰਚਾ ਕਰਾਂਗੇ। ਦੂਸਰੀ ਖਬਰ ਇਹ ਆ ਕਿ ਕੈਨੇਡਾ ਗਏ ਪੰਜਾਬੀ ਨੌਜਵਾਨਾਂ ਦੀਆਂ ਲਾਸ਼ਾਂ ਹੀ ਕਿਉਂ ਆਪਣੇ ਮੁਲਕ ਦੇ ਵਿੱਚ ਮੁੜ ਰਹੀਆਂ ਨੇ, ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆ। ਪਹਿਲੀ ਖਬਰ ਵੱਲ ਆਉਣੇ ਆ। ਨੋਟਬੰਦੀ ਦਾ ਨਾਂ ਸੁਣਦਿਆਂ ਹੀ ਧੁਰੰਦਰ ਤੱਕ ਹਿੱਲ ਜਾਈਦਾ ਹੈ ਕਿ ਹੁਣ ਜੇ ਦੁਬਾਰਾ ਨੋਟਬੰਦੀ ਹੋ ਗਈ ਤਾਂ ਕੀ ਬਣੂਗਾ, ਕਿਉਂਕਿ ਪਹਿਲੀ ਇੱਕ ਨੋਟਬੰਦੀ ਜਿਹੜੀ ਹੋਈ ਹੈ ਉਹ ਅਸੀਂ ਅੱਜ ਤੱਕ ਉਹਦੇ ਝੰਬੇ ਹੋਏ ਲੋਕ ਜਿਹੜੇ ਆ ਉਹ ਖੜੇ ਨਹੀਂ ਹੋ ਸਕੇਗੇ ਔਰ ਲੋਕਾਂ ਦਾ ਇੰਨਾ ਆਰਥਿਕ ਨੁਕਸਾਨ ਹੋਇਆ ਜਿਸ ਬਾਰੇ ਕਦੇ ਕਿਆਸ ਨਹੀਂ ਸੀ ਕੀਤਾ ਕਿ ਇਹ ਨੋਟਬੰਦੀ ਲੋਕਾਂ ਦੀਆਂ ਆਰਥਿਕ ਜੜ੍ਹਾਂ ਹਿਲਾ ਦੇਊਗੀ ਔਰ ਕਿੰਨਿਆਂ ਦੇ ਕਾਰੋਬਾਰ ਜਿਹੜੇ ਆ ਉਹ ਖਤਮ ਕਰ ਦੇਊਗੀ। ਪਰ ਇਸ ਤੋਂ ਬਾਅਦ ਹੁਣ ਇਹ ਨਵਾਂ ਫਰਮਾਨ ਜਿਹੜਾ ਆ 2000 ਦੇ ਨੋਟ ਬੰਦ ਕਰਨ ਦਾ ਉਹ ਜਾਰੀ ਕਰ ਦਿੱਤਾ ਗਿਆ ਆ। ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਦੀ ਸ਼ਾਮ ਨੂੰ ਵੱਡਾ ਐਲਾਨ ਕੀਤਾ। ਇਸ ਵਿੱਚ ਕਿਹਾ ਗਿਆ ਕਿ ਹੁਣ 2000 ਦੇ ਨੋਟ ਚੱਲਣ ਤੋਂ ਬਾਹਰ ਹੋ ਜਾਣਗੇ, ਯਾਨੀ ਕਿ 2016 ਦੀ ਨੋਟਬੰਦੀ ਮਗਰੋਂ 2000 ਰੁਪਏ ਦਾ ਨੋਟ ਜੋ ਸਰਕੂਲੇਸ਼ਨ ਵਿੱਚ ਆਇਆ ਸੀ ਉਹ ਹੁਣ ਬਾਜ਼ਾਰ ਦੇ ਵਿੱਚੋਂ ਗਾਇਬ ਹੋ ਜਾਵੇਗਾ। ਹਾਲਾਂਕਿ ਇਸ ਵਾਰ ਨੋਟਬੰਦੀ ਦਾ ਫੈਸਲਾ ਜੋ ਆ 8 ਨਵੰਬਰ 2016 ਦੇ ਨੋਟਬੰਦੀ ਤੋਂ ਬਿਲਕੁਲ ਹੀ ਵੱਖਰਾ ਆ। ਕਾਰਨ ਰਿਜ਼ਰਵ ਬੈਂਕ ਨੇ ਅਜੇ ਤੱਕ 2000 ਦਾ ਨੋਟ ਬੰਦ ਨਹੀਂ ਕੀਤਾ। ਇਹ ਅਜੇ ਵੀ ਵੈਧ ਰਹੂਗਾ, ਅਜੇ ਵੀ ਇਹਦੀ ਮਾਨਤਾ ਰਹੂਗੀ, ਕੋਈ ਵੀ ਇਸ ਨੂੰ ਲੈਣ ਤੋਂ ਮਨਾ ਨਹੀਂ ਕਰ ਸਕੂਗਾ। ਰਿਜ਼ਰਵ ਬੈਂਕ ਕੀ ਕਹਿੰਦਾ ਇਸ ਮੁੱਦੇ ਦੇ ਉੱਤੇ ਕਿ 2000 ਰੁਪਏ ਦੇ ਨਵੇਂ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਗਈ ਹੈ ਅਤੇ ਰਿਜ਼ਰਵ ਬੈਂਕ ਹੌਲੀ ਹੌਲੀ ਇਹਨਾਂ ਪਹਿਲਾਂ ਛਪੇ ਹੋਏ ਜਿਹੜੇ ਨੋਟ ਆ ਉਹਨਾਂ ਨੂੰ ਵਾਪਸ ਲੈ ਲਊਗਾ। ਆਮ ਲੋਕ 30 ਸਤੰਬਰ ਤੱਕ ਆਪਣੇ ਕੋਲ ਰੱਖੇ 2000 ਦੇ ਨੋਟ ਕਿਸੇ ਵੀ ਬੈਂਕ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਨੇ। ਇਸ ਨਾਲ ਆਮ ਲੋਕਾਂ ਨੂੰ ਪਿਛਲੀ ਨੋਟਬੰਦੀ ਵਾਂਗੂ ਪਰੇਸ਼ਾਨ ਨਹੀਂ ਹੋਣਾ ਪਵੇਗਾ ਤੇ ਉਹ ਹੁਣ ਵੀ ਆਪਣੇ ਕੋਲ ਰੱਖੇ 2000 ਰੁਪਏ ਦੇ ਨੋਟਾਂ ਦੀ ਵਰਤੋਂ ਕਰ ਸਕਣਗੇ। ਆਰਬੀਆਈ ਨੇ ਦੇਸ਼ ਦੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਨਾਲ 2000 ਰੁਪਏ ਦੇ ਨੋਟ ਜਾਰੀ ਕਰਨ ਤੋਂ ਰੋਕਣ ਦੀ ਸਲਾਹ ਦਿੱਤੀ ਹੈ। ਰਿਜ਼ਰਵ ਬੈਂਕ ਨੇ ਇਹ ਫੈਸਲਾ ਕਲੀਨ ਨੋਟ ਪਾਲਿਸੀ ਦੇ ਤਹਿਤ ਲਿਆ ਆ। ਤਾਂ ਕੇਂਦਰੀ ਬੈਂਕ ਨੇ 2000 ਰੁਪਏ ਦੇ ਨੋਟ ਬੈਂਕਾਂ ਤੋਂ ਬਦਲਾਉਣ ਜਾਂ ਜਮ੍ਹਾਂ ਕਰਵਾਉਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਆ। ਨਵੰਬਰ 2016 ਵਿੱਚ ਕੀਤੀ ਨੋਟਬੰਦੀ ਜਦੋਂ 500 ਤੋਂ 1000 ਰੁਪਏ ਦੇ ਨੋਟ ਅੱਧੀ ਰਾਤ ਨੂੰ ਬੰਦ ਕਰ ਦਿੱਤੇ ਸਨ, ਦੇ ਉਲਟ 2000 ਰੁਪਏ ਦਾ ਨੋਟ 30 ਸਤੰਬਰ ਤੱਕ ਕਾਨੂੰਨੀ ਰੂਪ ਦੇ ਵਿੱਚ ਮਾਨਤਾ ਪ੍ਰਾਪਤ ਰਹੂਗਾ। ਆਰਬੀਆਈ ਨੇ ਇੱਕ ਬਿਆਨ 'ਚ ਕਿਹਾ ਕਿ ਉਸਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਦੇ ਕੇ 2000 ਰੁਪਏ ਦੇ ਕਰੰਸੀ ਨੋਟ ਜਾਰੀ ਕਰਨ ਤੋਂ ਰੋਕ ਦਿੱਤਾ ਆ। ਕੇਂਦਰੀ ਬੈਂਕ ਨੇ 2000 ਦੇ ਕਰੰਸੀ ਨੋਟ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਬਾਰੇ ਹੱਦ ਨਿਰਧਾਰਿਤ ਨਹੀਂ ਕੀਤੀ ਕਿ ਆਖਰ ਜਿਹੜੇ ਨੋਟ ਹੈ ਉਹ ਕਿੰਨੀ ਕੁ ਮਿਕਦਾਰ ਦੇ ਵਿੱਚ ਜਿਹੜੇ ਆ ਅਸੀਂ ਮੋੜ ਸਕਦੇ ਹਾਂ, ਯਾਨੀ ਕਿ ਉਹ ਰਾਸ਼ੀ ਕਿੰਨੀ ਕੁ ਹੋਣੀ ਚਾਹੀਦੀ ਆ। ਤਾਂ ਘੱਟੋ ਘੱਟ ਜਿਹੜੇ ਆ 20000 ਰੁਪਏ ਦੇ ਜਿਹੜੇ ਨੋਟ ਬਦਲਣ ਦੀ ਹੀ ਖੁੱਲ੍ਹ ਰਹੂਗੀ, ਯਾਨੀ ਕਿ 2000 ਰੁਪਏ ਦੇ 10 ਨੋਟ ਜਿਹੜੇ ਨੇ ਉਹ ਹੀ ਬਦਲੇ ਜਾਣਗੇ। ਆਰਬੀਆਈ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਆ ਜਦੋਂ ਕਾਲੇ ਧਨ ਨੂੰ ਜਮ੍ਹਾਂ ਕਰਨ ਲਈ ਸਭ ਤੋਂ ਉੱਚੇ ਮੁੱਲ ਦੇ ਨੋਟਾਂ ਦੀ ਫਿਕਰਮੰਦੀ ਦਾ ਵਿਸ਼ਾ ਬਣਿਆ ਹੋਇਆ ਆ। ਕੇਂਦਰੀ ਬੈਂਕ ਨੇ ਸਾਲ 2018-19 ਵਿੱਚ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ ਤੇ ਮਾਰਕੀਟ ਵਿੱਚ ਪੁਰਾਣੀ ਕਰੰਸੀ ਹੀ ਚੱਲ ਰਹੀ ਹੈ। ਮੋਦੀ ਸਰਕਾਰ ਨੇ 2000 ਰੁਪਏ ਦਾ ਕਰੰਸੀ ਨੋਟ ਨਵੰਬਰ 2016 ਵਿੱਚ ਬਾਜ਼ਾਰ 'ਚ ਲਿਆਂਦਾ ਸੀ। ਉਦੋਂ ਇਸ ਪੇਸ਼ਕਦਮੀ ਦਾ ਮੁੱਖ ਮੰਤਵ ਜਿਹੜਾ ਸੀ ਉਹ 500 ਤੇ 1000 ਰੁਪਏ ਦੇ ਬੰਦ ਕੀਤੇ ਨੋਟਾਂ ਦੇ ਮੱਦੇ ਨਜ਼ਰ ਅਰਥਚਾਰੇ ਦੀਆਂ ਕਰੰਸੀ ਲੋੜਾਂ ਨੂੰ ਪੂਰਾ ਕਰਨਾ ਸੀ। ਆਰਬੀਆਈ ਨੇ ਕਿਹਾ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ 2000 ਰੁਪਏ ਦਾ ਜੋ ਕਰੰਸੀ ਨੋਟ ਹੈ ਆਮ ਕਰਕੇ ਲੈਣ ਦੇਣ ਲਈ ਨਹੀਂ ਵਰਤਿਆ ਜਾਂਦਾ ਅਤੇ ਹੋਰਨਾਂ ਮੁੱਲਾਂ ਵਾਲੇ ਕਰੰਸੀ ਨੋਟਾਂ ਦਾ ਸਟਾਕ ਲੋਕਾਂ ਦੀ ਕਰੰਸੀ ਨੂੰ ਪੂਰਾ ਕਰਨ ਲਈ ਕਾਫੀ ਹੈ। ਕੀ ਕਹੋਗੇ, ਇਹ ਬਹੁਤ ਸਿਆਣਪ ਹੈ ਆਰਬੀਆਈ ਦੀ। ਹੈਰਾਨੀ ਆਉਂਦੀ ਨਾ ਕਿ ਪਹਿਲਾਂ 2000 ਛਾਪਤਾ, ਹੁਣ ਕਹਿਤਾ ਜੀ ਇਹਦੇ ਵਿੱਚ ਇਹ ਲੋਕਾਂ ਦੀ ਵਰਤੋਂ 'ਚ ਨਹੀਂ ਆਉਂਦੇ। ਜੇ ਵਰਤੋਂ 'ਚ ਨਹੀਂ ਆਉਂਦਾ ਤਾਂ ਫਿਰ ਐਡਾ ਵੱਡਾ ਇਹ ਪੰਗਾ ਖੜਾ ਕਿਉਂ ਕੀਤਾ ਸੀਗਾ 2016 'ਚ? ਇਹਨੂੰ ਨੋਟ ਨੂੰ ਜਦੋਂ ਨੋਟਬੰਦੀ ਹੋਈ ਹੈ ਲਿਆਂਦਾ ਹੀ ਕਿਉਂ ਸੀ? ਜੇ ਫਿਰ ਬੰਦ ਹੀ ਕਰਨਾ ਸੀ 500,000 ਰੁਪਏ ਦੇ ਤਾਂ ਉਦੋਂ ਵੀ ਚੱਲਦੇ ਸੀ।
ਪਰ ਕੁਝ ਦਿਨਾਂ ਬਾਅਦ ਫਿਰ ਉਹਨੂੰ ਮੁੜ ਚਾਲੂ ਜਿਹੜਾ ਸੀ ਉਹ ਕਰਨਾ ਪਿਆ ਸੀਗਾ। ਤਾਂ ਕੇਂਦਰੀ ਬੈਂਕ ਦੀ ਹੁਣ ਕਹਿਣਾ ਕੀ ਹੈ ਕਿ ਉਪਰੋਕਤ ਕਾਰਨਾਂ ਤੇ ਆਰਬੀਆਈ ਦੀ ਕਲੀਨ ਚਿੱਟ ਪਾਲਿਸੀ ਦੇ ਮੱਦੇਨਜ਼ਰ ਮਾਰਕੀਟ ਵਿੱਚ ਮੌਜੂਦ 2000 ਰੁਪਏ ਦੇ ਕਰੰਸੀ ਨੋਟਾਂ ਨੂੰ ਵਾਪਸ ਲੈਣ ਦਾ ਜੋ ਇਹ ਫੈਸਲਾ ਕੀਤਾ ਗਿਆ ਆ, ਤਾਂ ਇਸ ਫੈਸਲੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਕਿ ਲੋਕ 23 ਮਈ ਤੋਂ, ਹੁਣ ਗੱਲ 23 ਮਈ ਤੋਂ ਆ, 2000 ਰੁਪਏ ਦੇ ਬੈਂਕ ਨੋਟ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਤੋਂ ਇਲਾਵਾ ਕਿਸੇ ਵੀ ਬੈਂਕ ਦੀ ਸ਼ਾਖਾ ਤੋਂ ਬਦਲਵਾ ਸਕਦੇ ਨੇ। ਆਰਬੀਆਈ ਨੇ ਕਿਹਾ ਹੈ ਕਿ 2000 ਦੇ ਨੋਟ ਆਮ ਵਾਂਗ ਬਿਨਾਂ ਕਿਸੇ ਰੋਕ ਟੋਕ ਦੇ ਜਮ੍ਹਾਂ ਕਰਵਾਏ ਜਾ ਸਕਦੇ ਨੇ, ਇਹ ਗੱਲ ਕੀਤੀ ਹੈ। ਜਦੋਂ ਕਿ ਨੋਟ ਵਟਾਉਣ ਮੌਕੇ ਬੈਂਕ ਸ਼ਾਖਾਵਾਂ ਦੇ ਨਿਯਮਤ ਕੰਮਕਾਜ ਤੇ ਅਸਰ ਅੰਦਾਜ਼ ਹੋਣ ਤੋਂ ਬਚਾਉਣ ਲਈ ਇੱਕ ਸਮੇਂ ਸਿਰਫ 20,000 ਰੁਪਏ ਦੇ ਨੋਟਾਂ ਦੀ ਕਰੰਸੀ ਬਦਲੀ ਜਾਊਗੀ। ਅੱਗੇ ਵੀ ਇਵੇਂ ਹੋਇਆ ਸੀਗਾ, ਜਦੋਂ ਨੋਟਬੰਦੀ ਹੋਈ ਸੀਗੀ, ਲੰਬੀਆਂ ਲਾਈਨਾਂ ਦੇਖੀਆਂ ਸੀਗੀਆਂ, ਲੋਕੀ ਸਾਰੇ ਕੰਮਕਾਰ ਛੱਡ ਕੇ ਤੜਕੇ 4 ਵਜੇ ਜਿਹੜੇ ਸੀ ਬੈਂਕਾਂ ਦੇ ਬਾਹਰ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸੀਗੀਆਂ ਔਰ ਸੜਕਾਂ 'ਤੇ ਥਾਂ ਭੀੜ ਵੇਖਣ ਨੂੰ ਮਿਲਦੀ ਸੀ। ਕਈ ਲੋਕ ਬੇਹੋਸ਼ ਹੋ ਕੇ ਡਿੱਗੇ, ਥਕਾਵਟ ਨਾਲ ਭੰਨੇ ਮਿਲੇ, ਕਈ ਲੋਕ ਜਿਹੜੇ ਸੀਗੇ ਉਹ ਭੁੱਖਣ ਪਾਣੀ ਆ ਕੇ ਖੜ੍ਹ ਜਾਂਦੇ ਸੀ, ਇੰਨੀ ਦਿੱਕਤ ਸੀਗੀ। ਔਰ ਕਈਆਂ ਨੂੰ ਪੈਸਾ ਚਾਹੀਦਾ ਸੀਗਾ ਇਕੱਠਾ, ਉਹ ਪੂਰਾ ਮਿਲਿਆ ਨਹੀਂ ਸੀਗਾ, ਕਿਉਂਕਿ ਉਹਨਾਂ ਦੀ ਇੱਕ ਹੱਦ ਸੀਗੀ ਵੀ ਇੰਨੇ ਹੀ ਤੁਸੀਂ ਜਿਹੜੇ ਆ ਨੋਟ ਉਹ ਜਮ੍ਹਾਂ ਕਰਾ ਸਕਦੇ ਹੋ, ਇੰਨੇ ਹੀ ਬਦਲ ਸਕਦੇ ਹੋ। ਤਾਂ ਇਸ ਸਥਿਤੀ ਤੋਂ ਹੁਣ ਵੀ ਲੋਕ ਇੱਕ ਵਾਰੀ ਘਬਰਾ ਗਏ ਨੇ। ਵੱਖੋ ਵੱਖ ਲੋਕਾਂ ਦੀਆਂ ਜਿਹੜੀਆਂ ਆ ਪ੍ਰਤੀਕਿਰਿਆਵਾਂ ਉਹ ਸਾਹਮਣੇ ਆਉਂਦੀਆਂ ਪਈਆਂ ਆ। ਤੇ ਬੈਂਕ ਨੇ ਕਿਹਾ ਕਿ ਪੂਰੀ ਮਸ਼ਕ ਨੂੰ ਨਿਰਧਾਰਤ ਸਮੇਂ 'ਚ ਪੂਰਾ ਕਰਨ ਤੇ ਆਮ ਲੋਕਾਂ ਨੂੰ ਮੁਨਾਸਬ ਸਮਾਂ ਦੇਣ ਲਈ ਸਾਰੇ ਬੈਂਕਾਂ ਨੂੰ 30 ਸਤੰਬਰ 2023 ਤੱਕ ਨੋਟ ਜਮ੍ਹਾਂ ਕਰਵਾਉਣ ਤੇ ਬਦਲਾਉਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਆਖ ਦਿੱਤਾ ਆ। ਆਰਬੀਆਈ ਦੇ 19 ਖੇਤਰਾਂ ਵਿੱਚ ਵੀ ਲੋਕਾਂ ਨੂੰ ਇਹ ਸੇਵਾਵਾਂ ਮਿਲਣਗੀਆਂ। ਆਰਬੀਆਈ ਮੁਤਾਬਕ 2000 ਰੁਪਏ ਦੇ ਮੁੱਲ ਦੇ ਬੈਂਕ ਨੋਟਾਂ ਵਿੱਚ ਲਗਭਗ 99% ਮਾਰਚ 2017 ਤੋਂ ਪਹਿਲਾਂ ਜਾਰੀ ਕੀਤੇ ਗਏ ਸਨ। 4-5 ਸਾਲਾਂ ਦੇ ਆਪਣੇ ਅਨੁਮਾਨਿਤ ਜੀਵਨ ਕਾਲ ਦੇ ਅੰਤ ਵਿੱਚ ਨੇ। ਮਾਰਕੀਟ ਵਿੱਚ ਮੌਜੂਦਾ ਅਜਿਹੇ ਬੈਂਕ ਨੋਟਾਂ ਦੀ ਕੁੱਲ ਕੀਮਤ 31 ਮਾਰਚ 2018 ਤੱਕ ਆਪਣੇ ਸਿਖਰ ਤੇ 6.73 ਲੱਖ ਕਰੋੜ ਰੁਪਏ, ਯਾਨੀ ਕਿ ਸਰਕੂਲੇਸ਼ਨ ਦੀ ਅਗਰ ਆਪਾਂ ਗੱਲ ਕਰ ਲਈਏ ਨਾ, ਤਾਂ ਸਰਕੂਲੇਸ਼ਨ ਵਿੱਚ ਨੋਟਾਂ ਦਾ 37.3% ਤੋਂ ਘਟ ਕੇ 3.62 ਲੱਖ ਕਰੋੜ ਰੁਪਏ ਰਹਿ ਗਈ ਹੈ, ਜੋ ਕਿ 31 ਮਾਰਚ 2023 ਤੱਕ ਮਾਰਕੀਟ ਵਿੱਚ ਮੌਜੂਦ ਸਿਰਫ 10.8% ਨੋਟਾਂ ਦਾ ਹਿੱਸਾ ਹੈ। ਆਰਬੀਆਈ ਨੇ ਜਨਵਰੀ 2014 ਤੋਂ 2005 ਤੋਂ ਪਹਿਲਾਂ ਜਾਰੀ ਕੀਤੇ ਸਾਰੇ ਬੈਂਕ ਨੋਟਾਂ ਨੂੰ ਮਾਰਕੀਟ 'ਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀਗਾ। ਨੋਟਬੰਦੀ ਦੇ ਮੂਰਖਾਨਾ ਫੈਸਲੇ ਦੇ ਉੱਪਰ ਪਰਦਾ ਪਾਉਣ ਲਈ ਲਿਆਂਦਾ ਸੀ 2000 ਦਾ ਨੋਟ, ਕਿਹਾ ਪੀ ਚਿਦੰਬਰਮ ਨੇ, ਜਿਹੜੇ ਕਿ ਸੀਨੀਅਰ ਕਾਂਗਰਸੀ ਆਗੂ ਨੇ। ਉਹਨਾਂ ਨੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਆ ਕਿ 500 ਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਇਹ ਮੂਰਖਾਨਾ ਫੈਸਲਾ ਦੱਸਿਆ ਹੈ ਕਿ ਉਸ ਦੇ ਉੱਤੇ ਪਰਦਾ ਪਾਉਣ ਲਈ 2000 ਰੁਪਏ ਦਾ ਨੋਟ ਲਿਆਂਦਾ ਸੀਗਾ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਨੋਟਬੰਦੀ ਦੇ ਕੁਝ ਹਫ਼ਤਿਆਂ ਦੇ ਮਗਰੋਂ ਸਰਕਾਰ ਨੇ ਆਰਬੀਆਈ ਨੂੰ 500 ਰੁਪਏ ਦਾ ਕਰੰਸੀ ਨੋਟ ਮੁੜ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਤੇ ਮੋਦੀ ਸਰਕਾਰ ਜੇਕਰ ਹੁਣ 1000 ਰੁਪਏ ਦਾ ਨੋਟ ਮੁੜ ਬਾਜ਼ਾਰ ਵਿੱਚ ਲਿਆਉਂਦੀ ਆ ਤੇ ਉਹਨਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਚਿਦੰਬਰਮ ਹੁਣੀ ਟਵੀਟ ਕਰਦੇ ਨੇ ਜੀ। ਟਵੀਟ ਕਰਦਿਆਂ ਉਹ ਕਹਿੰਦੇ ਨੇ ਕਿ ਜਿਵੇਂ ਕਿ ਆਸ ਸੀ ਕਿ ਸਰਕਾਰ ਆਰਬੀਆਈ ਨੇ 2000 ਰੁਪਏ ਦਾ ਨੋਟ ਵਾਪਸ ਲੈਣ ਦਾ ਫੈਸਲਾ ਕਰਦਿਆਂ ਨੋਟ ਬਦਲਾਉਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਆ। 2000 ਰੁਪਏ ਦੇ ਨੋਟ ਨੂੰ ਆਮ ਕਰਕੇ ਲੈਣ ਦੇਣ ਲਈ ਨਹੀਂ ਵਰਤਿਆ ਜਾਂਦਾ ਤੇ ਅਸੀਂ ਨਵੰਬਰ 2016 'ਚ ਇਹ ਗੱਲ ਕਹਿਤੀ ਸੀ ਕਿ ਅੱਜ ਅਸੀਂ ਸਹੀ ਸਾਬਤ ਹੋਏ ਆ। ਉਧਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ PM ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਹੈ, ਕੇਂਦਰੀ ਬੈਂਕ ਦੀ ਇਹ ਪੇਸ਼ਕਦਮੀ ਸਾਡੇ ਅਖੌਤੀ ਵਿਸ਼ਵ ਗੁਰੂ ਦੀ ਖਾਸੀਅਤ ਅਤੇ ਪਹਿਲਾਂ ਕਰੋ ਫਿਰ ਸੋਚੋ ਦੀ ਵਿਧੀ ਤੇ ਆਧਾਰਿਤ ਹੈ। ਉਹਨਾਂ ਇੱਕ ਟਵੀਟ ਵਿੱਚ ਕਿਹਾ ਕਿ ਸਾਡੇ ਅਖੌਤੀ ਵਿਸ਼ਵ ਗੁਰੂ ਦੀ ਖਾਸੀਅਤ ਹੈ ਕਿ ਪਹਿਲਾਂ ਕਰੋ ਫਿਰ ਸੋਚੋ ਫਾਸਟ। 8 ਨਵੰਬਰ 2016 ਨੂੰ ਤਬਾਹਕੁਨ ਤੁਗਲਕੀ ਫਰਮਾਨ ਮਗਰੋਂ ਪੂਰੇ ਧੂਮ ਧੜੱਕੇ ਦੇ ਨਾਲ 2000 ਰੁਪਏ ਦਾ
ਨੋਟ ਜਿਹੜੇ ਸੀਗੇ ਉਦੋਂ ਤਾਂ ਜਾਰੀ ਕਰ ਦਿੱਤੇ ਗਏ ਆ, ਹੁਣ ਵਾਪਸ ਲਏ ਜਾਣਗੇ। ਕਾਂਗਰਸ ਦੇ ਸੰਸਦ ਮੈਂਬਰ ਮਣੀਕਮ ਟੈਗੋਰ ਨੇ ਵੀ ਟਵੀਟ ਕੀਤਾ ਕਿ ਦੂਜੀ ਨੋਟਬੰਦੀ ਮਤਲਬ ਆਫਤ ਸ਼ੁਰੂ। ਲੋਕਾਂ ਨੂੰ ਹੁਣ ਲੱਗ ਰਿਹਾ ਵੀ ਆਫਤ ਹੁਣ ਸ਼ੁਰੂ ਹੋ ਜਾਣੀ ਆ, ਕਿਉਂਕਿ ਉੱਤੋਂ ਗਰਮੀਆਂ ਦੇ ਦਿਨ ਆ, ਉੱਤੋਂ ਦੇਖੋ ਮੁਸੀਬਤ ਕੀ ਆ। ਕੰਮਕਾਰ ਦੁਕਾਨਾਂ ਵਾਲਿਆਂ ਨੂੰ ਵੀ, ਦਿਹਾੜੀਦਾਰਾਂ ਨੂੰ ਵੀ, ਮਜ਼ਦੂਰਾਂ ਨੂੰ ਵੀ, ਚਲੋ ਦਿਹਾੜੀਦਾਰ ਮਜ਼ਦੂਰਾਂ ਕੋਲ ਨਾ ਵੀ ਮੰਨੀਏ, ਜਿਹੜੇ ਬਾਕੀ ਲੋਕਾਂ ਕੋਲ ਪਹਿਲਾਂ ਵੀ ਤਰ੍ਹਾਂ ਹੁਣ ਵੀ ਬੀਬੀਆਂ ਤੱਕ ਨੇ ਸੇਵ ਕਰਕੇ ਘਰਾਂ 'ਚ ਰੱਖੇ ਹੋਣੇ ਆ, ਠੀਕ ਹੈ ਨਾ। 2000 ਦਾ ਨੋਟ ਜੇ ਮਿਲ ਜੇ ਤੇ ਉਹ ਜੇ ਸੇਵ ਕਰਕੇ ਰੱਖੇ ਵੀ ਹੋਣਗੇ ਤੇ ਹੁਣ ਉਹਨਾਂ ਨੂੰ ਬਹੁਤ ਪੰਗਾ ਪੈਣਾ। ਔਰ ਕਈਆਂ ਨੇ ਤਾਂ ਇੰਨੇ ਇਕੱਠੇ ਕਰ ਲਏ ਹੋਣੇ ਆ ਕਿ ਉਹਨਾਂ ਨੂੰ 20,000 ਭਾਵੇਂ ਉਹ 8-10 ਵਾਰੀਆਂ 'ਚ ਵੀ ਜਾਣ, ਉਹ ਤਾਂ ਵੀ ਉਹਨਾਂ ਦੇ ਮੋੜੇ ਨਹੀਂ ਜਾ ਸਕਣੇ। ਦੇਖੋ ਕਿੱਡੀ ਗੰਭੀਰ ਸਥਿਤੀ ਆ। ਕਹਿਣ ਨੂੰ ਇਹ ਜੋ ਮਰਜ਼ੀ ਕਹੀ ਜਾਣ, ਪਰ ਸਥਿਤੀ ਜਿਹੜੀ ਆ ਉਹ ਇਹ ਬਣੀ ਹੋਈ ਹੈ। ਪਰ ਹੁਣ ਜੇ ਨੋਟਬੰਦੀ ਦੀ ਦੋਸਤੋ ਗੱਲ ਕਰੀਏ ਨਾ, ਇੰਡੀਆ ਦੇ ਵਿੱਚ ਜਿਹੜੀ ਨੋਟਬੰਦੀ ਆ ਕੋਈ ਅੱਜ ਨਵੀਂ ਗੱਲ ਨਹੀਂ, ਨੋਟਬੰਦੀਆਂ ਪਹਿਲਾਂ ਵੀ ਹੁੰਦੀਆਂ ਆਈਆਂ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਨੋਟਬੰਦੀ ਕੋਈ ਨਵੀਂ ਗੱਲ ਨਹੀਂ ਹੈ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਵੀ ਦੇਸ਼ ਵਿੱਚ ਨੋਟਬੰਦੀ ਕੀਤੀ ਗਈ ਸੀ। ਇਹ 1946 ਦੀ ਗੱਲ ਹੈ। ਬ੍ਰਿਟਿਸ਼ ਸ਼ਾਸਨ ਦੌਰਾਨ ਦੇਸ਼ ਵਿੱਚ ਪਹਿਲੀ ਵਾਰ ਨੋਟਬੰਦੀ ਹੋਈ ਸੀ ਤੇ 12 ਜਨਵਰੀ 1946 ਨੂੰ ਭਾਰਤ ਦੇ ਵਾਇਸਰਾਏ ਅਤੇ ਗਵਰਨਰ ਜਨਰਲ ਸਰ ਆਰਚੀਬਾਲਡ ਵੇਵਲ ਨੇ ਉੱਚੇ ਮੁੱਲ ਵਾਲੇ ਬੈਂਕ ਨੋਟਾਂ ਨੂੰ ਬੰਦ ਕਰਨ ਲਈ ਇੱਕ ਆਰਡੀਨੈਂਸ ਲਿਆਂਦਾ ਸੀ ਤੇ ਇਸ ਦੇ ਨਾਲ ਹੀ 26 ਜਨਵਰੀ ਦੀ ਅੱਧੀ ਰਾਤ ਤੋਂ 12 ਵਜੇ ਤੋਂ ਲੈ ਕੇ 500, 1000 ਅਤੇ 10,000 ਰੁਪਏ ਦੇ ਉੱਚ ਮੁੱਲ ਦੇ ਬੈਂਕ ਨੋਟ ਜਿਹੜੇ ਸੀਗੇ ਉਹ ਬਿਲਕੁਲ ਗੈਰ ਕਾਨੂੰਨੀ ਹੋ ਗਏ ਸਨ। ਤਾਂ 1978 ਵਿੱਚ ਜਿਹੜੀ ਆ ਵੀ ਨੋਟਬੰਦੀ ਹੋਈ ਸੀਗੀ, ਅਸੀਂ ਉਸ 'ਤੇ ਵੀ ਨਿਗਾਹ ਮਾਰ ਲੈਂਦੇ ਹਾਂ। 16 ਜਨਵਰੀ 1978 ਨੂੰ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਕਾਲੇ ਧਨ ਨੂੰ ਖਤਮ ਕਰਨ ਲਈ 1000, 5000 ਅਤੇ 10,000 ਰੁਪਏ ਦੇ ਨੋਟਾਂ ਨੂੰ ਬੰਦ ਕਰ ਦਿੱਤਾ ਸੀ। ਇਸ ਦੇ ਕਦਮ ਦੇ ਹਿੱਸੇ ਵਜੋਂ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਸ ਦਿਨ ਬੈਂਕਿੰਗ ਸਮੇਂ ਤੋਂ ਬਾਅਦ 1000, 5000 ਅਤੇ 10,000 ਰੁਪਏ ਦੇ ਨੋਟਾਂ ਨੂੰ ਕਾਨੂੰਨੀ ਟੈਂਡਰ ਨਹੀਂ ਮੰਨਿਆ ਜਾਵੇਗਾ ਤੇ ਅਗਲੇ ਦਿਨ 17 ਜਨਵਰੀ ਨੂੰ ਸਾਰੇ ਬੈਂਕਾਂ ਤੇ ਉਹਨਾਂ ਦੀਆਂ ਸ਼ਾਖਾਵਾਂ ਨੂੰ ਲੈਣ ਦੇਣ ਲਈ ਬੰਦ ਰੱਖਣ ਦੇ ਨਾਲ ਸਰਕਾਰਾਂ ਦੇ ਖਜ਼ਾਨੇ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਉਸ ਸਮੇਂ ਦੇਸਾਈ ਸਰਕਾਰ ਵਿੱਚ ਵਿੱਤ ਮੰਤਰੀ ਵਜੋਂ HM ਪਟੇਲ, ਜਦੋਂ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵਿੱਤ ਸਕੱਤਰ ਸਨ। ਦਰਅਸਲ 8 ਨਵੰਬਰ 2016 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਨੋਟਬੰਦੀ ਦਾ ਐਲਾਨ ਕੀਤਾ ਸੀਗਾ। ਇੱਥੇ ਇਹ ਗੱਲ ਕਹਿਣ ਦੇ ਵਿੱਚ ਕੋਈ ਸੰਕੋਚ ਨਹੀਂਗਾ ਕਿ ਗੱਲ ਤਾਂ ਕਾਲੇ ਧਨ ਦੀ ਹੋ ਰਹੀ ਸੀਗੀ। ਨੋਟਬੰਦੀ ਤਾਂ ਹੋ ਗਈ, ਲੋਕ ਤਾਂ ਖਪੇ ਖੁਲਜੇ ਔਰ ਕਈਆਂ ਦੀ ਜਿਹੜੀ ਬਚਤ ਸੀਗੀ ਉਹਨੂੰ ਵੱਡਾ ਖੋਰਾ ਲੱਗਿਆ ਔਰ ਕਈ ਲੋਕ ਜਿਹੜੇ ਸੀਗੇ ਇਸ ਸਮੇਂ ਦਰਮਿਆਨ ਹੀ ਇੰਨੇ ਕੁ ਦੁਖੀ ਹੋਏ ਕਿ ਅੱਜ ਵੀ ਜਦੋਂ 2016 ਦਾ ਵੇਲਾ ਨੋਟਬੰਦੀ ਵਾਲਾ ਯਾਦ ਕਰਦੇ ਆ ਤੇ ਉਹ ਹੁਣੇ ਹੀ ਇਹ ਤੜਫਣਾ ਉਹਨਾਂ ਨੂੰ ਲੱਗ ਗਈ ਹੈ ਕਿ ਇਹ ਕੀ ਬਣ ਰਿਹਾ। ਕਿਤੇ ਉਹੀ ਹਾਲਾਤ ਜੇ ਹੁਣ ਫੇਰ ਬਣ ਗਏ ਤਾਂ ਆਖਰ ਬਣੂਗਾ ਕੀ ਆ। ਫਿਲਹਾਲ ਨੋਟ ਜਿਹੜੇ ਆ ਹੋਣਾ ਉੱਦਾਂ ਹੀ ਆ, ਨਿਕਲਣੇ ਉੱਦਾਂ ਹੀ ਆ। ਲੋਕਾਂ ਕੋਲ ਖੱਪਾ ਪੂਰਾ ਨਹੀਂ ਹੋਣਾ, ਲੋਕਾਂ ਕੋਲੇ ਫੇਰ ਕਰੰਸੀ ਪਈ ਰਹਿ ਜਾਣੀ ਆ। ਇੱਕ ਵਾਰੀ ਫੇਰ ਮੋਦੀ ਸਰਕਾਰ ਦਾ ਪਿੱਟ ਸਿਆਪਾ ਜਿਵੇਂ ਪਹਿਲਾਂ ਲੋਕਾਂ ਨੇ ਕੀਤਾ ਆ ਉਵੇਂ ਹੁਣ ਕਰਦੇ ਨਜ਼ਰ ਆਉਣਗੇ। ਸਰਕਾਰ ਨੇ ਤਾਂ ਹੁਣ ਇਹ 2 ਫਰਮਾਨ ਜਾਰੀ ਕਰ ਦਿੱਤਾ ਗਿਆ, RBI ਨੇ ਫਰਮਾਨ ਜਾਰੀ ਕਰ ਦਿੱਤਾ ਆ, ਪਰ ਇਹਦਾ ਅਸਰ ਹੁਣ ਅਸੀਂ ਦੇਖਾਂਗੇ 23 ਮਈ ਤੋਂ ਲੈ ਕੇ ਕਿ ਜਦੋਂ ਤੱਕ ਜਿਹੜੀ ਹੱਦ ਦਿੱਤੀ ਗਈ ਹੈ ਕਿ ਉਦੋਂ ਤੱਕ ਜਿਹੜੇ ਆ 2000 ਦੇ ਨੋਟ ਬੈਂਕਾਂ ਵਿੱਚ ਜਾ ਕੇ ਤੁਸੀਂ ਬਦਲਾ ਸਕਦੇ ਹੋ। ਤਾਂ 2016 ਦੇ ਵਿੱਚ ਜਿਸ ਤਰੀਕੇ ਨਾਲ ਨੋਟਬੰਦੀ ਕੀਤੀ ਗਈ ਸੀ, 500 ਅਤੇ 1000 ਦੇ ਨੋਟ ਚੱਲਣ ਤੋਂ ਬਾਹਰ ਕਰ ਦਿੱਤੇ ਗਏ ਸਨ। ਸਰਕਾਰ ਦੇ ਇਸ ਫੈਸਲੇ ਨਾਲ ਦੇਸ਼ ਵਿੱਚ ਕਾਫੀ ਉਥਲ-ਪੁਥਲ ਮੱਚ ਗਈ ਸੀ, ਪਰ ਨਵੇਂ ਕਰੰਸੀ ਨੋਟ ਜਿਹੜੇ ਸੀ ਬਾਜ਼ਾਰ ਦਾ ਹਿੱਸਾ ਬਣ ਗਏ। ਸਰਕਾਰ ਨੇ 200, 500 ਅਤੇ 2000 ਦੇ ਨੋਟ ਲਾਂਚ ਕੀਤੇ ਸਨ, ਪਰ ਹੁਣ 2000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ। ਪਰ ਇਸ ਵਾਰ 2000 ਦੇ ਨੋਟ ਨੂੰ ਚੱਲਣ ਤੋਂ ਬਾਹਰ ਨਹੀਂ ਕੀਤਾ ਗਿਆ ਆ। ਲੋਕਾਂ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਤਾਂ ਦੇਖ ਲੈਂਦੇ ਹਾਂ, ਕਿਹਾ ਤਾਂ ਹੈ, ਉਹਨੂੰ ਦੇਖਦੇ ਹਾਂ ਕਿ ਕਹਿਣੀ ਤੇ ਕਰਨੀ 'ਚ ਕਿੰਨਾ ਕੁ ਫਰਕ ਨਿਕਲਦਾ ਆ। ਔਰ ਜਦੋਂ ਕਹਿੰਦੇ ਨੇ ਨਾ ਨਿਭਣਾ ਪਊਗਾ, ਜਦੋਂ ਅਸੀਂ ਉਹ ਇਸ ਚੱਕਰ ਦੇ ਵਿੱਚ ਹੁਣ ਉਦੋਂ ਤੱਕ ਜਾਵਾਂਗੇ, ਜਦੋਂ ਤੱਕ ਅਸੀਂ ਨੋਟਬੰਦੀ ਦੇ ਇਸ ਚੱਕਰ ਵਿੱਚ ਜਾਵਾਂਗੇ ਉਦੋਂ ਤੱਕ ਜਾ ਕੇ ਸਾਨੂੰ ਪਤਾ ਲੱਗੂਗਾ ਕਿ ਆਖਰ ਇਸ ਵਾਰੀ ਜਿਹੜੀ 2000 ਰੁਪਏ ਦੇ ਨੋਟ ਦੀ ਨੋਟਬੰਦੀ ਆ ਉਹਦਾ ਸਾਡੇ ਉੱਤੇ
ਕੀ ਅਸਰ ਪਵੇਗਾ, ਕਿ ਲੋਕ ਉਸੇ ਤਰ੍ਹਾਂ ਹੀ ਤਰਾਹੀ ਕਰਨਗੇ, ਕਿ ਉਸੇ ਤਰ੍ਹਾਂ ਹੀ ਆਰਥਿਕ ਨੁਕਸਾਨ ਹੋਵੇਗਾ। ਤਾਂ ਜੇ ਇਦਾਂ ਹੁੰਦਾ ਆ ਤਾਂ ਫਿਰ ਇਹ ਸੋਚਣਾ ਪਊਗਾ ਕਿ ਸਰਕਾਰ ਕਰਕੇ ਹੀ ਕਿਉਂ ਸੋਚਦੀ ਹੈ, ਪਹਿਲਾਂ ਕਿਉਂ ਨਹੀਂ ਸੋਚਿਆ ਜਾਂਦਾ, ਦੂਰ ਅੰਦੇਸ਼ੀ ਤੋਂ ਕੰਮ ਕਿਉਂ ਨਹੀਂ ਲਿਆ ਜਾਂਦਾ। ਇਹ ਵੱਡੇ ਸਵਾਲ ਆ, ਇਹਨਾਂ ਸਵਾਲਾਂ ਦੇ ਜਵਾਬ ਵੀ ਸਾਨੂੰ ਮਿਲਣਗੇ, ਪਰ ਸਮਾਂ ਸਾਨੂੰ ਉਡੀਕ ਕਰਨ ਨੂੰ ਕਹਿ ਰਿਹਾ ਆ, ਕਿਉਂਕਿ ਸਿਆਲਾਂ ਦੇ ਦਿਨਾਂ ਤੱਕ ਜਿਹੜੇ ਆ, ਸਿਆਲ ਆਉਂਦੇ ਤੱਕ ਨੋਟ ਬਦਲੇ ਜਾਣਗੇ। ਫਿਰ ਪਤਾ ਲੱਗੂਗਾ ਕਿ ਕਿੰਨੇ ਕੁ ਨੋਟ ਜਿਹੜੇ ਆ ਲੋਕਾਂ ਦੇ ਬਦਲੇ ਗਏ ਨੇ, ਔਰ ਕਿੰਨੇ ਕੁ ਲੋਕਾਂ ਦੇ ਕੋਲੇ ਪਹਿਲਾਂ ਵਾਲੀ ਨੋਟਬੰਦੀ ਵਾਲਾ ਹੀ ਹਾਲ ਹੋਇਆ। ਹੁਣ ਆਉਣੇ ਜੀ ਅਗਲੀ ਖਬਰ ਵੱਲ। ਕੈਨੇਡਾ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਵਹੀਰਾਂ ਘੱਤ ਕੇ ਜਾ ਰਹੇ ਨੇ, ਚਾਹੇ ਮੁੰਡੇ ਨੇ ਚਾਹੇ ਕੁੜੀਆਂ ਨੇ। ਪਰ ਇੱਕ ਜਿਹੜੀ ਵੱਡੀ ਤਰਾਸਦਿਕ ਸਥਿਤੀ ਦੋਸਤੋ ਕੈਨੇਡਾ ਦੀ ਬਣੀ ਹੋਈ ਆ, ਉਹ ਇਹੀ ਹੈ ਕਿ ਪੰਜਾਬ ਦੇ ਧੀਆਂ ਪੁੱਤ, ਖਾਸ ਤੌਰ 'ਤੇ ਨੌਜਵਾਨ ਮੁੰਡਿਆਂ ਦੀ ਗੱਲ ਕੀਤੀ ਜਾਵੇ, ਉਹਨਾਂ ਦੀਆਂ ਲਾਸ਼ਾਂ ਹੀ ਭਾਰਤ ਕਿਉਂ ਮੁੜ ਰਹੀਆਂ ਨੇ। ਇਹ ਚਿੰਤਾ ਦਾ ਵਿਸ਼ਾ ਆ। ਇਸ ਦੇ ਬਾਰੇ ਜੇ ਕਿਹਾ ਜਾਵੇ ਕਿ ਜਿਸ ਤਰੀਕੇ ਧੜਾ ਧੜ ਕੈਨੇਡਾ ਬੰਨੀ ਵਹੀਰਾਂ 31 ਪੰਜਾਬੀ ਭੱਜੇ ਜਾ ਰਹੇ ਨੇ, ਆਈਲੈਂਡ ਸੈਂਟਰ ਭਰੇ ਰਹਿੰਦੇ ਨੇ, ਔਰ ਸਾਰਿਆਂ ਨੂੰ ਆਪਣਾ ਭਵਿੱਖ ਜਿਹੜਾ ਆ ਉਹ ਬਾਹਰਲੇ ਮੁਲਕਾਂ 'ਚ ਨਜ਼ਰ ਆ ਰਿਹਾ, ਖਾਸ ਤੌਰ 'ਤੇ ਕੈਨੇਡਾ ਦੇ ਵਿੱਚ ਜ਼ਿਆਦਾ ਆ। ਕਿਉਂਕਿ ਜਦੋਂ ਟਰੂਡੋ ਸਰਕਾਰ ਨੇ ਭਾਰਤੀਆਂ ਨੂੰ ਜਾਂ ਵਿਦੇਸ਼ੀ ਜਿਹੜੇ ਸੀਗੇ ਮੁੰਡੇ ਕੁੜੀਆਂ ਵਿਦਿਆਰਥੀ ਸੀ, ਉਹਨਾਂ ਨੂੰ ਆਪਦੇ ਮੁਲਕ 'ਚ ਸੱਦਣਾ ਸ਼ੁਰੂ ਕੀਤਾ ਆ, ਤਾਂ ਲਗਾਤਾਰ ਅਸੀਂ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਕਿ ਉਹ ਤਾਂ ਸਾਡੇ ਤੋਂ ਹੀ ਕਮਾਈ ਕਰ ਰਹੇ, ਪਰ ਸਾਡੇ ਲੋਕਾਂ ਨੂੰ ਖਾਨਿਓਂ ਗਈ ਆ, ਸਮਝ ਨਹੀਂ ਆਉਂਦੀ। ਅੱਖਾਂ ਮੂਹਰੇ ਜਿਹੜੀ ਕਹਿੰਦੇ ਨਾ ਪੱਟੀ ਵੱਜ ਜਾਵੇ ਤੇ ਉਹ ਪੱਟੀ ਲਾਉਣੀ ਬੜੀ ਔਖੀ ਹੁੰਦੀ ਆ। ਉਹ ਪੱਟੀ ਹੀ ਹੁਣ ਵੱਜੀ ਵੀ ਆ, ਜਿਹੜੇ ਇਹ ਵੇਖਦੇ ਨਹੀਂ, ਪਰ ਧੀਆਂ ਪੁੱਤ ਜਿਹੜੇ ਉੱਧਰ ਬਰਬਾਦ ਹੋ ਰਹੇ ਆ, ਖਰਾਬ ਹੋ ਰਹੇ ਆ, ਜੇਲ੍ਹਾਂ ਕੱਟ ਰਹੇ ਆ, ਲਾਸ਼ਾਂ ਘਰੇ ਮੁੜ ਰਹੀਆਂ। ਇਸ ਬਾਰੇ ਕਦੇ ਕਿਸੇ ਨੇ ਗੌਰ ਨਹੀਂ ਕੀਤਾ। ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਖਾਸ ਤੌਰ 'ਤੇ ਕੈਨੇਡਾ ਤੋਂ ਕਦੇ ਇਹੋ ਜਿਹੀ ਖਬਰ ਨਾ ਮਿਲੀ ਹੋਵੇ ਵੀ ਅੱਜ ਫਲਾਨਾ ਮਰ ਗਿਆ, ਅੱਜ ਫਲਾਨਾ ਮਰ ਗਿਆ, ਅੱਜ ਫਲਾਨਾ ਮਰ ਗਿਆ। ਅੱਜ ਕੀ ਕਹੀਆ ਜਾਵੇ। ਔਰ ਸਾਰੇ ਜਿਹੜੇ ਧੀਆਂ ਪੁੱਤਰ ਨੇ, ਖਾਸ ਤੌਰ 'ਤੇ ਜਿਹੜੇ ਨੌਜਵਾਨ ਮੁੰਡੇ ਨੇ, ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਧੀਆਂ ਦੀ ਜਿਹੜੀ ਸਥਿਤੀ ਹੈ ਪੰਜਾਬੋਂ ਗਈਆਂ ਦੀ, ਉਹ ਇੰਨੀ ਗੰਭੀਰ ਹੈ ਕਿ ਉਹਦਾ ਤਾਂ ਬਹੁਤਾ ਸਾਹਮਣੇ ਨਤਾਰਾ ਹੁੰਦਾ ਹੀ ਨਹੀਂ ਪਿਆ ਗਾ। ਅਤੇ ਜਿਹੜੇ ਮੁੰਡੇ ਆ ਉਹਨਾਂ ਦੇ ਬਾਰੇ ਜਦੋਂ ਬਾਅਦ ਵਿੱਚ ਪੋਸਟਮਾਰਟਮ ਰਿਪੋਰਟਾਂ ਆਉਂਦੀਆਂ ਅਤੇ ਉਹਦੇ ਵਿੱਚ ਕਲੀਅਰ ਹੁੰਦਾ ਵੀ ਆ ਤਾਂ ਜੀ ਇਸ ਵਜ੍ਹਾ ਕਰਕੇ ਮਰਿਆ ਸੀਗਾ। ਕੈਨੇਡਾ ਤੋਂ ਭਾਰਤ ਵਿੱਚ ਜੋ ਇਹ ਸਥਿਤੀ ਬਣੀ ਹੋਈ ਹੈ ਲਾਸ਼ਾਂ ਆਉਣ ਦੀ, ਕੈਨੇਡਾ ਵਿੱਚ ਰਹਿਣ ਦੀ ਮਨਸ਼ਾ ਨਾਲ ਪੁੱਜ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਬੀਤੇ ਮਹੀਨਿਆਂ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਵਿੱਚ ਨੌਕਰੀ ਨਾ ਮਿਲਣਾ, ਖਰਚੇ ਨਾ ਚਲਾ ਸਕਣਾ, ਨਿਰਾਸ਼ਾ ਵਿੱਚ ਆਪਣੀਆਂ ਆਦਤਾਂ ਵਿਗਾੜ ਕੇ ਭਵਿੱਖ ਦੀਆਂ ਆਸਾਂ ਖਤਮ ਕਰ ਲੈਣਾ ਸ਼ਾਮਲ ਹੈ। ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਤੋਂ ਕੈਨੇਡਾ ਵਿੱਚ ਪੁੱਜ ਰਹੇ ਮੁੰਡੇ ਅਤੇ ਕੁੜੀਆਂ ਦੀ ਗਿਣਤੀ ਸਭ ਤੋਂ ਵੱਧ ਹੈ। ਇਹ ਦੋਸਤੋ ਗੌਰ ਕਰਨ ਵਾਲੀ ਗੱਲ ਹੈ। ਇਹ ਵੀ ਕਿ ਅਪਰਾਧਾਂ ਵਿੱਚ ਗਲਤਾਨ ਭਾਰਤੀ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਵਿਦਿਆਰਥੀਆਂ ਦੀ ਟੋਰਾਂਟੋ ਤੇ ਆਸ-ਪਾਸ ਦੇ ਸ਼ਹਿਰਾਂ ਦੀਆਂ ਜੇਲ੍ਹਾਂ ਵਿੱਚ ਭਰਵੀਂ ਹਾਜ਼ਰੀ ਬਣੀ ਹੋਈ ਹੈ। ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਕਿ ਕੈਨੇਡਾ ਦੇ ਵਿੱਚ ਜਿਹੜੇ ਸਾਡੇ ਬਹੁਤ ਸਾਰੇ ਪੰਜਾਬੀ ਮੁੰਡੇ ਗਏ ਆ, ਉਹ ਅੱਜ ਜੇਲ੍ਹਾਂ ਵਿੱਚ ਵੀ ਬੈਠੇ ਆ। ਕਾਰਨ ਪਤਾ ਕੀ ਹੈ? ਮਾੜੀਆਂ ਆਦਤਾਂ। ਕਾਰਨ ਕੀ ਹੈ ਕਿ ਸਭ ਤੋਂ ਪਹਿਲੀ ਬੇਈਮਾਨੀ ਪਤਾ ਲੱਗੀ ਆ, ਇੱਥੋਂ ਸ਼ੁਰੂ ਹੁੰਦੀ ਆ ਕਿ ਜਾਂਦਿਆਂ ਸਾਰ ਹੀ ਮਹਿੰਗਾ ਜਿਹੜਾ ਆ ਉਹ ਮੋਬਾਈਲ ਲਿਆ ਜਾਂਦਾ ਆ, ਔਰ ਕੁਛ ਕੁ ਪੈਸਿਆਂ ਵਿੱਚ ਉਹਦਾ ਬੀਮਾ ਕਰ ਦਿੱਤਾ ਜਾਂਦਾ, ਅਤੇ ਮੁੜ ਕੇ ਕੁਛ ਕੁ ਸਮੇਂ ਬਾਅਦ ਕਹਿ ਦਿੱਤਾ ਜਾਂਦਾ ਜੀ ਉਹ ਮੋਬਾਈਲ ਜਿਹੜਾ ਸੀ ਸਾਡਾ, ਕਿਉਂਕਿ ਸਮਾਰਟਫੋਨ ਹੋਊਗਾ, ਜ਼ਾਹਿਰ ਆ ਕਿ ਉੱਧਰ ਆਮ ਫੋਨ ਇੱਦਾਂ ਦੇ ਨਹੀਂ ਹੈਗੇ। ਸਮਾਰਟਫੋਨ ਦੇ ਉੱਤੇ ਹੀ ਸਾਰਿਆਂ ਦੀ ਅੱਖ ਹੁੰਦੀ ਹੈ, ਜਿਹੜਾ ਵੀ ਇੱਥੋਂ ਨਵੇਂ ਗਏ ਹੁੰਦੇ ਆ ਪੰਜਾਬੀ। ਅਤੇ ਉਹ ਕੁਛ ਦਿਨਾਂ ਬਾਅਦ ਬੇਈਮਾਨੀ ਕੀਤੀ ਜਾਂਦੀ ਹੈ, ਉਹ ਮੋਬਾਈਲ ਗਵਾਚਿਆ ਨਹੀਂ ਹੁੰਦਾ, ਅਸਲ ਵਿੱਚ ਪਿੱਛੇ ਆਪਦੇ ਭੈਣ ਭਰਾਵਾਂ ਨੂੰ ਜਾਂ ਪਰਿਵਾਰ ਨੂੰ ਭੇਜ ਦਿੱਤਾ ਜਾਂਦਾ ਆ। ਉੱਥੋਂ ਦੀਆਂ ਸਰਕਾਰਾਂ ਇਸ ਦੇ ਉੱਤੇ ਬਹੁਤੀ ਘੋਖ ਪੜਤਾਲ ਨਹੀਂ ਕਰਦੀ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਇਹ ਸਟੂਡੈਂਟ ਆਇਆ, ਜੇ ਇਹਨੇ ਲਿਖ ਕੇ ਸਾਨੂੰ ਦੇ ਦਿੱਤਾ ਕਿਉਂਕਿ ਬੀਮਾ ਹੋਇਆ, ਅਤੇ ਇਹਦੇ ਬਦਲੇ ਇਹਨੂੰ ਹੁਣ ਨਵੇਂ ਮੋਬਾਈਲ ਦੇ ਜਿਹੜੇ ਪੈਸੇ ਆ ਉਹ ਦਿੱਤੇ ਜਾਣੇ ਚਾਹੀਦੇ। ਇੱਕ ਦੂਸਰੀ ਜਿਹੜੀ ਸਭ ਤੋਂ ਵੱਡੀ ਘਟੀਆ ਹਰਕਤ ਕੈਨੇਡਾ ਦੇ ਵਿੱਚ ਇਹ ਨਵੀਂ ਮੰਡੀਰ ਨੇ ਗੰਦ ਜਿਹੜਾ ਪਾ ਦਿੱਤਾ ਆ, ਉਹ ਨਸ਼ਾਖੋਰਾਂ ਨੇ, ਗੈਂਗਸਟਰਾਂ ਨੇ, ਔਰ ਖ਼ਾਸ ਤੌਰ ਦੇ ਉੱਤੇ ਚੋਰਾਂ ਨੇ। ਚੋਰ ਕੀ ਕਰਦੇ ਆ ਕਿ ਕੈਨੇਡਾ ਦੇ ਘਰਾਂ ਦੇ ਬਾਹਰ ਖੜੀਆਂ ਗੱਡੀਆਂ ਜਿਹੜੀਆਂ ਆ, ਇਹੋ ਜਿਹੇ ਗਰੋਹ ਉੱਥੇ ਸਰਗਰਮ ਹੋਏ ਆ ਕਿ ਖੜੀਆਂ ਗੱਡੀਆਂ ਨੂੰ ਹੀ ਉਹ ਚੁੱਕ ਲਿਜਾਂਦੇ ਆ, ਅਤੇ ਉਹਨਾਂ ਦੇ ਪਾਰਟਸ ਰਾਤੋਂ ਰਾਤ ਹੀ ਜਿਹੜੇ ਆ ਖੋਲ੍ਹ ਕੇ ਅਤੇ ਗਾਂਹ ਦੀ ਗਾਂਹ ਉਹਦਾ ਕੁਛ ਦਾ ਕੁਛ ਬਣਾ ਕੇ ਭੇਜ ਦਿੱਤਾ ਜਾਂਦਾ। ਔਰ ਵੱਡੇ ਇਹੋ ਜਿਹੇ ਗੈਰੇਜ ਉੱਥੇ ਬਣੇ ਆ
ਜਿੱਥੇ ਸਾਡੇ ਹੀ ਪੰਜਾਬੀ ਮੁੰਡੇ ਉਹਨਾਂ ਗੱਡੀਆਂ ਨੂੰ ਚੋਰੀ ਕਰਦੇ ਆ ਔਰ ਫਟਾਫਟ ਉਹਨਾਂ ਗੈਰਜਾਂ ਵਾਲਿਆਂ ਦੇ ਕੋਲੋਂ ਕੁਛ ਕਮਿਸ਼ਨ ਲੈ ਕੇ ਉਹਨਾਂ ਦੇ ਹਵਾਲੇ ਕਰ ਦਿੰਦੇ ਆ। ਗੱਡੀ ਵਾਲੇ ਦੀ ਗੱਡੀ ਗਈ, ਇਹਨਾਂ ਨੇ ਆਪਦਾ ਕਮਿਸ਼ਨ ਖਾ ਲਿਆ ਤੇ ਗੱਡੀ ਹਮੇਸ਼ਾ ਲਈ ਪਤਾ ਨਹੀਂ ਕਿਹੜੇ ਮੁਲਕ ਤੋਂ ਚੱਲਦੀ ਤੇ ਕਿਹੜੇ ਮੁਲਕ ਤੱਕ ਉਹ ਪਹੁੰਚ ਜਾਂਦੀ ਹੈ। ਇਹੋ ਜਿਹੇ ਘਟੀਆ ਕਾਰਨਾਮਿਆਂ ਦੇ ਵਿੱਚ ਮੁਲੱਵਸ ਹੋ ਚੁੱਕੇ ਨੇ ਸਾਡੀ ਨੌਜਵਾਨ ਪੀੜ੍ਹੀ ਤੇ ਮੁੜ ਕੇ ਫਿਰ ਰੀਲਾਂ ਬਣਾ ਕੇ ਵੱਡੇ ਘਰਾਂ ਦੇ ਕੋਲੇ ਖੜੋ ਕੇ, ਵੱਡੀਆਂ ਗੱਡੀਆਂ ਦੇ ਕੋਲੇ ਖੜੋ ਕੇ, ਮਹਿੰਗੇ ਰੈਸਟੋਰੈਂਟਾਂ ਦੇ ਕੋਲੇ ਖੜੋ ਕੇ, ਪਾਰਕਾਂ ਕੋਲੇ ਖੜੋ ਕੇ ਫੋਟੋਆਂ ਖਿਚਾ ਕੇ ਭੇਜੀਆਂ ਦਿੱਤੀਆਂ ਜਾਂਦੀਆਂ, ਮਗਰ ਘਰਦਿਆਂ ਦਾ ਦਿਲ ਰੱਖਿਆ ਜਾਂਦਾ ਆ। ਔਰ ਸੁਣਨ ਵਾਲਿਓ ਯਕੀਨ ਕਰੋ ਤੁਹਾਡੇ 'ਚ ਵੀ ਬਹੁਤੇ ਇਹੋ ਜਿਹੇ ਹੋਣਗੇ ਜਿਹੜੇ ਇਹਨਾਂ ਹਰਕਤਾਂ ਦੇ ਵਿੱਚ ਮੁਲੱਵਸ ਆ, ਪਰ ਤੁਹਾਨੂੰ ਲਾਹਨਤ ਹੈ ਇਸ ਗੱਲ ਦੀ ਕਿ ਤੁਸੀਂ ਆਪਣੇ ਪਿਛੋਕੜ ਨੂੰ ਨਾ ਦੇਖਿਆ, ਤੁਸੀਂ ਆਪਣੇ ਪੰਜਾਬੀਅਤ ਨੂੰ ਨਾ ਦੇਖਿਆ ਔਰ ਤੁਸੀਂ ਇਹ ਕਿਹੜੀਆਂ ਘਟੀਆ ਹਰਕਤਾਂ ਦੇ ਉੱਤੇ ਆ ਗਏ, ਤੁਸੀਂ ਆਪਦੇ ਕਿਰਦਾਰ ਦਾ ਬੇੜਾ ਗਰਕ ਕਰ ਲਿਆ। ਅੱਜ ਹਾਲਤ ਕੀ ਹੈ? ਦੁਨੀਆ ਦੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਤੋਂ ਕੈਨੇਡਾ ਵਿੱਚ ਪੁੱਜ ਰਹੇ ਮੁੰਡੇ ਅਤੇ ਕੁੜੀਆਂ ਦੀ ਗਿਣਤੀ ਸਭ ਤੋਂ ਵੱਧ ਹੈ, ਕੋਈ ਸ਼ੱਕ ਨਹੀਂ ਹੈ। ਇਹ ਵੀ ਹੈ ਕਿ ਅਪਰਾਧਾਂ ਵਿੱਚ ਗਲਤਾਨ ਭਾਰਤੀ ਅਤੇ ਵਿਸ਼ੇਸ਼ ਤੌਰ 'ਤੇ ਪੰਜਾਬੀ ਵਿਦਿਆਰਥੀਆਂ ਦੀ ਟਰਾਂਟੋ ਦੀਆਂ ਜਿਵੇਂ ਜੇਲ੍ਹਾਂ ਦੇ ਵਿੱਚ ਭਰਵੀਂ ਹਾਜ਼ਰੀ ਦੀ ਮੈਂ ਗੱਲ ਕੀਤੀ ਹੈ, ਤੇ ਇਸ ਤੋਂ ਇਲਾਵਾ ਮੌਤਾਂ ਹੋਣ ਅਤੇ ਭਾਰਤ ਵਿੱਚ ਲਾਸ਼ਾਂ ਭੇਜਣ ਦਾ ਸਿਲਸਿਲਾ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਜੋ ਪਰਿਵਾਰ ਕੈਨੇਡਾ ਵਿੱਚ ਸਟੱਡੀ ਕਰਨ ਦੇ ਮੰਤਵ ਨੂੰ ਸਮਝ ਕੇ 2-3 ਸਾਲਾਂ ਦੇ ਖਰਚੇ ਝੱਲ ਸਕਣ ਦੀ ਯੋਜਨਾ ਬਣਾਉਂਦੇ ਹੈ, ਉਹ ਕੈਨੇਡਾ ਵਿੱਚ ਵੱਧ ਸਫਲ ਨੇ। ਤੇ ਸਭ ਤੋਂ ਵੱਧ ਔਖਿਆਈਆਂ ਉਦੋਂ ਪੈਦਾ ਹੋ ਜਾਂਦੀਆਂ ਜਦੋਂ ਕੈਨੇਡਾ ਦੇ ਵਿੱਚ ਦਾਖਲ ਹੁੰਦੇ ਸਾਰ ਪੜ੍ਹਾਈ ਦੀ ਬਜਾਏ ਨੌਕਰੀ ਲੱਭਣ ਅਤੇ ਡਾਲਰ ਕਮਾਉਣ ਦੇ ਰਾਹਾਂ ਉੱਪਰ ਤੁਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਇੱਥੋਂ ਇਹ ਵੀ ਗੱਲ ਨਿਕਲ ਕੇ ਆਉਂਦੀ ਹੈ ਕਿ ਇੱਥੋਂ ਤਾਂ ਭੇਜ ਦਿੱਤੇ ਵਿਦਿਆਰਥੀ, ਧੀਆਂ ਪੁੱਤ ਭੇਜਤੇ, ਉੱਥੇ ਜਾ ਕੇ ਬਹੁਤਿਆਂ ਟੱਬਰਾਂ ਨੂੰ ਤਾਂ ਇੱਥੋਂ ਭੇਜਣ ਵਾਲਿਆਂ ਨੂੰ ਇਹ ਨਹੀਂ ਪਤਾ ਵੀ ਘੱਟੋ ਘੱਟ ਉਹ ਜਾਂਦਿਆਂ ਸਾਰਾ ਤਾਂ ਕਮਾਂਦਰੇ ਕਰਨ ਨਹੀਂ ਲੱਗ ਜੂ। ਉਹਦੇ ਲਈ ਘੱਟੋ ਘੱਟ ਕੋਈ ਸਾਲ 6 ਮਹੀਨੇ ਦੀ ਤਾਂ ਮਗਰੋਂ ਇੰਨੀ ਸਪੋਰਟ ਜਾਂ ਇੰਨਾ ਕੁ ਪੈਸਾ ਜਿਹੜਾ ਆ ਉਹ ਦੇ ਕੇ ਭੇਜੋ ਤਾਂ ਕਿ ਉੱਥੇ ਜਾ ਕੇ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਫਿਰ ਬਿਲਕੁਲ ਜਿਵੇਂ ਉਸ ਕਹਿੰਦੇ ਆ ਨਾ ਮੇਲੇ 'ਚ ਚੱਕੀ ਰਾਹੇ ਤੇ ਗਵਾਚਣ ਵਾਲੀ ਗੱਲ ਹੁੰਦੀ ਆ, ਉਹੋ ਜਿਹੀ ਬਣ ਜਾਂਦੀ। ਉਹ ਡੌਰ ਭੋਰੇ ਹੋ ਜਾਂਦੇ ਆ ਤੇ ਬਹੁਤੇ ਦਿਮਾਗੀ ਬੋਝ ਪਾ ਲੈਂਦੇ ਆ ਤੇ ਜਾਂ ਫਿਰ ਉਹਨਾਂ ਨੂੰ ਹਾਰਟ ਅਟੈਕ ਹੋ ਜਾਂਦਾ ਆ, ਜਾਂ ਫਿਰ ਉਹ ਕਿਸੇ ਨਸ਼ੇ ਦੇ ਵਿੱਚ ਲੱਗ ਜਾਂਦੇ ਆ ਤੇ ਜਾਂ ਫਿਰ ਇੰਨਾ ਕੁ ਜ਼ਿਆਦਾ ਉਹ ਪ੍ਰੈਸ਼ਰਾਈਜ਼ ਹੋ ਜਾਂਦੇ ਆ ਕਿ ਅਖੀਰ ਦੇ ਉੱਤੇ ਆਪਦੀ ਜੀਵਨ ਲੀਲਾ ਜਿਹੜੀ ਆ ਉਹ ਸਮਾਪਤ ਕਰ ਲੈਂਦੇ ਆ। ਅੱਜ ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ ਨਾ ਜਿਹੜੇ ਕੈਨੇਡਾ ਗਏ ਆ, ਉਹਨਾਂ ਦੀਆਂ ਉਨੀਆਂ ਮੌਤਾਂ ਨਹੀਂ ਹੋ ਰਹੀਆਂ ਜਿੰਨੀਆਂ ਸਾਡੇ ਇੰਡੀਅਨ ਮੁੰਡਿਆਂ ਦੀਆਂ ਹੋ ਰਹੀਆਂ, ਤੇ ਖਾਸ ਤੌਰ ਦੇ ਉੱਤੇ ਪੰਜਾਬ ਦੇ ਮੁੰਡਿਆਂ ਦੀਆਂ ਹੋ ਰਹੀਆਂ ਆ। ਇਸ ਸਿਲਸਿਲੇ ਵਿੱਚ ਬੀਤੇ ਹਫ਼ਤੇ ਦੀ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ 23 ਸਾਲਾਂ ਦੇ ਆਯੂਸ਼ ਧਨਖਾਰਾ ਨਾਮਕ ਨੌਜਵਾਨ ਦੀ ਲਾਸ਼ ਇੱਕ ਪੁਲ ਦੇ ਹੇਠੋਂ ਮਿਲੀ ਹੈ। ਉਸ ਦੀ ਮੌਤ ਦੇ ਕਾਰਨਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਤਾਂ ਮ੍ਰਿਤਕ ਨੌਜਵਾਨ ਜਿਹੜਾ ਸੀ ਉਹ ਸਾਡਾ ਭਾਰਤੀ ਸੀਗਾ, ਗੁਜਰਾਤ ਦਾ ਸੀਗਾ। ਗੁਜਰਾਤ ਪੁਲਿਸ ਦੇ ਡੀਐਸਪੀ ਰਮੇਸ਼ ਧਨਖਾਰਾ ਦਾ ਬੇਟਾ ਸੀ। ਉਹ ਟਰਾਂਟੋ 'ਚ ਯਾਰਕ ਯੂਨੀਵਰਸਿਟੀ ਦਾ ਵਿਦਿਆਰਥੀ ਸੀਗਾ ਤੇ ਇਸੇ ਤਰ੍ਹਾਂ ਹਰਸ਼ ਪਟੇਲ ਨਾਂ ਦੇ ਇਸੇ ਯੂਨੀਵਰਸਿਟੀ 'ਚ ਪੜ੍ਹਦੇ ਇੱਕ ਹੋਰ ਨੌਜਵਾਨ ਭਾਰਤੀ ਦੀ ਮੌਤ ਵੀ ਕੁਝ ਹਫ਼ਤੇ ਪਹਿਲਾਂ ਹੋਈ ਸੀ। ਇਸੇ ਦੌਰਾਨ ਆਯੂਸ਼ ਦੇ ਪਿਤਾ ਆਪਣੇ ਪੁੱਤ ਦੀ ਲਾਸ਼ ਲੈਣ ਵਾਸਤੇ ਟਰਾਂਟੋ ਪੁੱਜੇ ਸਨ। ਅਸੀਂ ਨਾ ਖਬਰਾਂ ਦੇ ਵਿੱਚ ਆਮ ਦੇਖਦੇ ਹਾਂ, ਹੁਣ ਤਾਂ ਸੋਸ਼ਲ ਮੀਡੀਆ ਵੀ ਆ ਔਰ ਮੀਡੀਆ ਚੈਨਲ ਇੰਨੇ ਕੁ ਜ਼ਿਆਦਾ ਹੋ ਚੁੱਕੇ ਆ ਔਰ ਕਿਤੇ ਨਾ ਕਿਤੇ ਕੋਈ ਨਾ ਕੋਈ ਖਬਰ ਆਈ ਹੁੰਦੀ ਆ ਜਿਹਦੇ ਵਿੱਚ ਮਾਪੇ, ਮਾਵਾਂ ਤੇ ਪਿਓ, ਬਜ਼ੁਰਗ, ਭੈਣ ਭਰਾ ਮਗਰ ਰੋਂਦੇ ਕਰਲਾਉਂਦੇ ਆ। ਤੇ ਜਦੋਂ ਪੱਤਰਕਾਰ ਪੁੱਛਦੇ ਆ ਜੀ ਹੁਣ ਕੀ ਚਾਹੁੰਦੇ ਹੋ, ਕਹਿਣਗੇ ਜੀ ਬਸ ਸਾਡੇ ਪੁੱਤ ਦੀ ਲਾਸ਼ ਕਿਸੇ ਤਰੀਕੇ ਵਾਪਸ ਆ ਜਾਵੇ, ਅਸੀਂ ਤਾਂ ਸਮਰੱਥ ਹੀ ਨਹੀਂ ਹੈਗੇ। ਤਾਂ ਫਿਰ ਵੀ ਨਹੀਂ ਸਮਝਦੇ ਪੰਜਾਬੀ, ਉਹ ਜੇ ਸਮਰੱਥ ਨਹੀਂ ਤਾਂ ਭੇਜਦੇ ਹੀ ਕਿਉਂ ਆ? ਇੱਥੇ ਹੀ ਆਪਦੇ ਘਰੇ ਹੀ ਰਹਿ ਕੇ ਜਿਹੜਾ ਸੁੱਖ ਹੈ, ਜਿਹੜਾ ਧੀਆਂ ਪੁੱਤਰਾਂ ਨੂੰ ਇੱਥੇ ਰੱਖ ਕੇ ਜਿਹੜਾ ਅੱਖਾਂ ਦੇ ਸਾਹਮਣੇ ਸੁੱਖ ਹੈ ਉਹ ਤੁਹਾਨੂੰ ਬਾਹਰ ਜਾਇਆ ਨਹੀਂ ਮਿਲਣਾਗਾ। ਮੁੜ ਕੇ ਸਰਕਾਰਾਂ ਦੇ ਉੱਤੇ ਤਾਂ ਇਹ ਭਾਂਡਾ ਭੱਜ ਦਿੱਤਾ ਜਾਂਦਾ ਕਿ ਜੇ ਸਰਕਾਰਾਂ ਨੌਕਰੀ ਦਿੰਦੀਆਂ ਹੁੰਦੀਆਂ ਤੇ ਸਾਡੇ ਧੀਆਂ ਪੁੱਤਰ ਬਾਹਰ ਨਾ ਜਾਂਦੇ। ਉਹ ਨੌਕਰੀਆਂ ਹੀ ਕਿਉਂ ਕਰਨੀਆਂ ਆ? ਕੋਈ ਆਪਦੇ ਹੋਰ ਕੰਮ ਵੀ ਕੀਤੇ ਜਾ ਸਕਦੇ ਆ। ਕਿਉਂ ਨਹੀਂ ਕਿਰਤ ਸੱਭਿਆਚਾਰ ਨਾਲ ਜੋੜ ਦੇਗੇ? ਕਿਰਤ ਸੱਭਿਆਚਾਰ 'ਚ ਭੁੱਖੇ ਤਾਂ ਨਹੀਂ ਮਰਦੇ। ਭਈਆ ਹੀ ਆ ਕੇ ਇੱਥੇ ਰਾਜ ਕਰਦੇ ਆ। ਭਈਆ ਹੀ ਲੱਖਾਂ ਰੁਪਏ ਇੱਕ ਫਲਾਂ ਦੀ ਤੇ ਇੱਕ ਜਿਹੜੀਆਂ ਰੇਹੜੀਆਂ ਉਹ ਲਾ ਕੇ ਖੜੇ ਆ, ਚਾਹੇ ਉਹ ਗੋਲ ਗੱਪੇ ਵੇਚਦੇ ਆ, ਚਾਹੇ ਸਮੋਸੇ ਟਿੱਕੀਆਂ ਹੀ ਵੇਚੀ ਜਾਂਦੇ, ਚਾਹੇ ਬਰਗਰ ਨੂਡਲ ਹੀ ਵੇਚੀ ਜਾਂਦੇ ਆ। ਲੱਖਾਂ ਰੁਪਏ ਆਪਦੇ ਘਰ ਨੂੰ ਭੇਜਦੇ ਆ ਤੇ ਤੁਸੀਂ ਕੀ ਕਰ ਰਹੇ ਹੋ? ਤੁਸੀਂ ਤਾਂ ਉਲਟ ਕੇ ਚਲੇ ਗਏ। ਦੇਸ਼ ਵੀ ਉਜਾੜ ਲਿਆ, ਘਰ ਵੀ ਉਜਾੜ ਲਿਆ, ਪਰਿਵਾਰ ਤੋਂ ਵੀ ਖਤਮ ਹੋ ਗਏ ਤੇ ਗਾਂ ਵੀ ਕੁਛ ਨਹੀਂ ਬਣਿਆ।
ਨਾ ਇਸ ਪਾਰ ਦੇ ਰਹੇ ਨਾ ਉਸ ਪਾਰ ਦੇ ਰਹੇ, ਕੀ ਸਥਿਤੀ ਬਣੀ ਆ ਹੈ। ਤਾਂ ਇਸ ਕਰਕੇ ਇਸ ਚੀਜ਼ ਨੂੰ ਗੌਰ ਕਰਨਾ ਪਊਗਾ। ਹੁਣ ਪੰਜਾਬ ਦੇ ਵਿੱਚ ਨਸ਼ੇ ਦੀ ਦਲਦਲ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਦੇ ਮੱਦੇਨਜ਼ਰ ਵੀ ਮੈਂ ਇਹ ਗੱਲ ਕਰਨੀ ਚਾਹੂੰਗਾ ਕਿ ਪੰਜਾਬ ਵਿੱਚ ਆਪਣੇ ਬੱਚਿਆਂ ਨੂੰ ਸੁਰੱਖਿਅਤ ਨਾ ਸਮਝ ਕੇ ਮਾਪੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭੇਜ ਰਹੇ ਨੇ, ਪਰ ਵਿਦੇਸ਼ਾਂ ਵਿੱਚ ਉਹਨਾਂ ਦੇ ਬੱਚੇ ਕਿੰਨੇ ਕੁ ਸੁਰੱਖਿਅਤ ਨੇ, ਇਸ ਸੰਬੰਧੀ ਸਨਸਨੀਖੇਜ਼ ਖੁਲਾਸੇ ਕੀਤੇ ਗਏ ਨੇ। ਇੱਕ ਆਰਟੀਆਈ ਕਾਰਕੁਨ ਦੇ ਵੱਲੋਂ ਉਹਨਾਂ ਨੇ ਦੱਸਿਆ, ਹਰਮਿਲਾਪ ਗਰੇਵਾਲ ਉਹਨਾਂ ਦਾ ਨਾਂ ਆ, ਮੈਨੂੰ ਨਾਂ ਲੈਣ 'ਚ ਸੰਕੋਚ ਨਹੀਂ ਹੋਊਗਾ। ਉਹਨਾਂ ਨੇ ਸਾਡੇ ਇੱਕ ਵੱਡੇ ਪੰਜਾਬੀ ਚੈਨਲ ਨਾਲ ਹੀ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਦੱਸਿਆ ਸੀ ਕਿ ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਉੱਥੇ ਹਫ਼ਤੇ ਵਿੱਚ 2 ਭਾਰਤੀ ਨੌਜਵਾਨਾਂ ਦੀ ਮੌਤ ਹੋ ਰਹੀ ਹੈ, ਜਦਕਿ ਓਟਾਵਾ ਦਾ ਭਾਰਤੀ ਸਫਾਰਤਖਾਨਾ ਨੌਜਵਾਨਾਂ ਦੀ ਪੂਰੀ ਜਾਣਕਾਰੀ ਨਹੀਂ ਦੇ ਰਿਹਾ। ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਜੂਨ-ਜੁਲਾਈ 2022 ਵਿੱਚ ਕਾਫੀ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਕੈਨੇਡਾ ਵਿੱਚ ਭਾਰਤੀ ਨੌਜਵਾਨਾਂ ਦੀਆਂ ਕਾਫੀ ਮੌਤਾਂ ਹੋ ਰਹੀਆਂ ਨੇ, ਜਿਸ ਉੱਤੇ ਉਹਨਾਂ ਨੇ ਮਿਨਿਸਟਰੀ ਆਫ ਇੰਟਰਨਲ ਅਫੇਅਰ ਨੂੰ ਇੱਕ ਆਰਟੀਆਈ ਪਾ ਕੇ 2017 ਤੋਂ 2022 ਤੱਕ ਨੌਜਵਾਨਾਂ ਦੀਆਂ ਮੌਤਾਂ ਦੇ ਅੰਕੜਿਆਂ ਦੀ ਮੰਗ ਕੀਤੀ ਆ। ਇਹ ਅੰਕੜੇ ਬੜੇ ਹੈਰਾਨੀਜਨਕ ਸਨ, ਜਿਸ ਵਿੱਚ ਉਹਨਾਂ ਦੱਸਿਆ ਕਿ 2017 ਵਿੱਚ ਇੱਕ ਮੌਤ ਦੇ ਉੱਤੇ, ਜਦੋਂ ਕਿ ਉਹਨਾਂ ਵੱਲੋਂ ਕੈਨੇਡਾ ਮੀਡੀਆ ਤੋਂ ਇਕੱਠੀ ਕੀਤੀ ਜਾਣਕਾਰੀ ਮੁਤਾਬਕ 50 ਨੌਜਵਾਨਾਂ ਦੀ ਮੌਤ ਹੋਈ ਸੀ। ਉਹਨਾਂ ਨੇ ਹੈਰਾਨੀ ਜ਼ਾਹਰ ਕੀਤੀ ਕਿ ਸਫਾਰਤਖਾਨੇ ਕੋਲ ਜਾਣਕਾਰੀ ਨਹੀਂ ਹੈ ਜਾਂ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮਗਰੋਂ ਉਹਨਾਂ ਨੇ ਭਾਰਤੀ ਸਫੀਰ ਨੂੰ ਇੱਕ ਚਿੱਠੀ ਲਿਖੀ ਤੇ ਸੱਚੇ ਅੰਕੜੇ ਪੇਸ਼ ਕਰਨ ਦੀ ਮੰਗ ਕੀਤੀ। ਉਹਨਾਂ ਦੱਸਿਆ ਕਿ ਕੈਨੇਡਾ ਦੀ ਇੱਕ ਪ੍ਰੈਸ ਵਿੱਚ ਆਰਟੀਕਲ ਛਪਿਆ, ਜਿਸ ਵਿੱਚ ਉਹਨਾਂ ਨੇ ਸਰੀ ਦੇ ਇੱਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਦੇ ਦੱਸਣ ਦੇ ਮੁਤਾਬਕ ਭਾਰਤ ਤੋਂ ਗਏ ਵਿਦਿਆਰਥੀਆਂ ਦੀਆਂ ਹਫ਼ਤੇ ਵਿੱਚ 2 ਮੌਤਾਂ ਹੋ ਰਹੀਆਂ ਨੇ। ਪੰਜਾਬ ਤੋਂ ਇਲਾਵਾ ਭਾਰਤ ਦੇ ਹੋਰ ਸੂਬਿਆਂ ਦੇ ਨੌਜਵਾਨਾਂ ਦੀਆਂ ਮੌਤਾਂ ਵੀ ਹੋ ਰਹੀਆਂ ਨੇ। ਇਹਨਾਂ 'ਚੋਂ 80% ਨੌਜਵਾਨਾਂ ਦੀ ਪੋਸਟਮਾਰਟਮ ਵਿੱਚ ਰਿਪੋਰਟ 'ਚ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੱਸੀ ਗਈ ਹੈ। ਕਿੱਥੇ ਪਹੁੰਚ ਗਈ ਹੈ। ਤੇ ਮਰਨ ਵਾਲਿਆਂ ਦੀ ਮੌਤ ਦੇ ਕਾਰਨ ਵੱਖੋ ਵੱਖ ਨੇ। ਇਹ ਕਿਹਾ ਜਾ ਰਿਹਾ ਸੀ ਕਿ ਅਚਾਨਕ ਦਿਲ ਦਾ ਦੌਰਾ ਪੈ ਗਿਆ ਜਾਂ ਦਿਲ ਬੰਦ ਹੋ ਗਿਆ। ਅਸਲ ਜਾਣਕਾਰੀ ਮੌਤ ਤੋਂ ਕੁਝ ਮਹੀਨੇ ਬਾਅਦ ਅਸਲੀਅਤ ਦੱਸ ਰਹੇ ਹਾਂ। ਪੁਲਿਸ ਅਤੇ ਕੋਰੋਨਰ ਸਰਵਿਸ ਵੱਲੋਂ ਮ੍ਰਿਤਕ ਦੇ ਮਾਪਿਆਂ ਜਾਂ ਸਕੇ ਸੰਬੰਧੀਆਂ ਨੂੰ ਦਿੱਤੀ ਜਾਂਦੀ ਹੈ, ਜੋ ਗੁਪਤ ਰਹਿੰਦੀ ਹੈ। ਜੇਕਰ ਬੀਤੇ 2 ਸਾਲਾਂ ਦੌਰਾਨ ਇਸ ਤਰ੍ਹਾਂ ਮਾਰੇ ਗਏ ਨੌਜਵਾਨਾਂ ਦੀ ਆਟੋਪਸੀ ਰਿਪੋਰਟਾਂ, ਸਾਡੇ ਉਹਨਾਂ ਨੂੰ ਇੱਧਰ ਪੋਸਟਮਾਰਟਮ ਕਹਿੰਦੇ, ਉੱਧਰ ਆਟੋਪਸੀ ਕਹਿੰਦੇ ਆ, ਤਾਂ ਜਿਹੜੀਆਂ ਆਟੋਪਸੀ ਰਿਪੋਰਟਾਂ ਆ ਉਹਨਾਂ 'ਤੇ ਖੋਜ ਕੀਤੀ ਜਾਵੇ ਤਾਂ ਮਾਪੇ ਖੁਦ ਆਣ ਕੇ ਦੱਸ ਦੇਣ ਤਾਂ ਸਾਰੀ ਜਿਹੜੀ ਗੱਲ ਆ ਉਹ ਸਪਸ਼ਟ ਹੋ ਸਕਦੀ ਆ, ਪਰ ਅਜਿਹਾ ਹੋ ਨਹੀਂ ਰਿਹਾ। ਕਾਰਨ ਕੀ ਮੰਨੇ ਜਾਂਦੇ ਆ? ਇਹ ਮੌਤਾਂ ਹੋ ਕਿਉਂ ਰਹੀਆਂ ਨੇ ਉੱਥੇ? ਹੈਰੋਇਨ, ਅਫੀਮ, ਭੰਗ ਦੀ ਓਵਰਡੋਜ਼ ਕਾਰਨ ਮ੍ਰਿਤਕ ਨੇ ਨਸ਼ਾ ਕੀਤਾ ਜਾਂ ਨਾਲਦਿਆਂ ਦੇ ਕਹਿਣ 'ਤੇ ਕੀਤਾ, ਇਸ ਬਾਰੇ ਕੁਝ ਕਹਿਣਾ ਔਖਾ ਹੁੰਦਾ ਹੈ। ਵੱਡਾ ਕਾਰਨ ਹੈ, ਹਰ ਮਹੀਨੇ ਦਰਜਨਾਂ ਨੌਜਵਾਨ ਮੁੰਡੇ ਅਤੇ ਕੁੜੀਆਂ ਸਰੀ ਹਸਪਤਾਲ ਵਾਲੇ ਬਚਾਉਂਦੇ ਨੇ ਜੋ ਅਫੀਮ ਜਾਂ ਭੰਗ ਨਾਲ ਓਵਰਡੋਜ਼ ਹੋ ਕੇ ਪੁੱਜਦੇ ਨੇ, ਤੇ ਗੱਲਾਂ ਦੱਬੀਆਂ ਰਹਿ ਜਾਂਦੀਆਂ ਨੇ, ਲੁਕੋਇਆ ਜਾਂਦਾ ਆ। ਇਸ ਕਰਕੇ ਵੀ ਲੁਕੋਇਆ ਜਾਂਦਾ ਕਿ ਕਿਤੇ ਅਸਰ ਨਾ ਪੈ ਜਾਵੇ, ਕਿਉਂਕਿ ਟਰੂਡੋ ਸਰਕਾਰ ਤਾਂ ਕਹਿੰਦੀ ਆ ਵਿਦਿਆਰਥੀ ਆਓ ਕੈਨੇਡਾ ਨੂੰ ਭਰੋ, ਤੇ ਜੇ ਜਨਤਕ ਕਰ ਦਿੱਤੀਆਂ ਤੇ ਉਹਨਾਂ ਸਰਕਾਰਾਂ ਨੂੰ ਔਰ ਜਿਹੜੇ ਉੱਥੇ ਜੋ ਕੁਝ ਵੀ ਸਾਰੀ ਤਿਕੜਮਬਾਜ਼ੀ ਚੱਲਦੀ ਆ ਉਹਨਾਂ ਨੂੰ ਘਟਣਾ ਪਊਗਾ। ਇਸ ਕਰਕੇ ਉਹ ਦੱਸਣਾ ਹੀ ਨਹੀਂ ਚਾਹਣਗੇ ਤੁਹਾਨੂੰ ਕਦੇ ਵੀ। ਦੂਜਾ ਵੱਡਾ ਕਾਰਨ ਜਿਹੜਾ ਮਾਨਸਿਕ ਤਣਾਅ, ਹੁਣ ਮੈਂ ਉਸ ਦੇ ਉੱਤੇ ਕੇਂਦਰਿਤ ਕਰਦਾ ਗੱਲ। ਮਾਨਸਿਕ ਤਣਾਅ ਕੀ ਹੈ? ਜਿਸ ਦੇ ਚੱਲਦਿਆਂ ਨੌਜਵਾਨ ਨਸ਼ੇ ਕਰਦੇ ਆ ਜਾਂ ਖੁਦਕੁਸ਼ੀ। ਨਵੇਂ ਆਇਆਂ ਨੂੰ ਉਸ ਕੈਨੇਡਾ ਦੇ ਦਰਸ਼ਨ ਹੁੰਦੇ ਨੇ ਜੋ ਪੰਜਾਬ ਨਾਲੋਂ ਵੀ ਭੈੜਾ ਆ। ਨਾ ਕੰਮ ਮਿਲਦਾ, ਨਾ ਵਰਕ ਪਰਮਿਟ, ਕੰਮ ਕਰਾ ਕੇ ਕਈ ਵਾਰੀ ਪੈਸੇ ਨਹੀਂ ਮਿਲਦੇ ਜਾਂ ਘੱਟ ਮਿਲਦੇ ਆ। ਰਹਿਣ ਦੀ ਟੈਨਸ਼ਨ, ਪੱਕੇ ਹੋਣ ਦੀ ਟੈਨਸ਼ਨ, ਪਿਛਲਿਆਂ ਦੀਆਂ ਆਸਾਂ ਤੇ ਪੂਰਾ ਉਤਰਨ ਦੀ ਟੈਨਸ਼ਨ, ਸੈੱਟ ਹੋਣ ਦੀ ਟੈਨਸ਼ਨ, ਹੋਰ ਵਰਗਾ ਬਣਨ ਦੀ ਟੈਨਸ਼ਨ। ਇਹ ਬਹੁਤ ਵੱਡੇ ਮਾਨਸਿਕ ਤਣਾਅ ਵਿੱਚੋਂ ਗੁਜ਼ਰਨ ਵਾਲੀ ਗੱਲ ਹੁੰਦੀ ਆ। ਹਰ ਨੌਜਵਾਨ ਦਾ ਸੁਭਾਅ ਤੇ ਜੰਮਣ ਪਲਣ ਦਾ ਮਾਹੌਲ ਵੱਖੋ ਵੱਖਰਾ ਹੁੰਦਾ ਹੈ। ਅੱਗੇ ਸਾਥ ਕਿਹੋ ਜਿਹੇ ਲੋਕਾਂ ਦਾ ਮਿਲਣਾ ਜਦੋਂ ਤੁਸੀਂ ਕੈਨੇਡਾ ਪਹੁੰਚ ਗਏ, ਉਸ ਦੇ ਉੱਤੇ ਵੀ ਇਹ ਗੱਲ ਨਿਰਭਰ ਕਰਦੀ ਹੈ। ਬਹੁਤੇ ਇਸ ਨਰਕ ਨੂੰ ਹੰਢਾ ਕੇ ਸਫਲ ਹੋ ਜਾਂਦੇ ਨੇ, ਅੱਗ 'ਚ ਪੈ ਕੇ ਸੋਨਾ ਬਣ ਜਾਂਦੇ ਨੇ, ਪਰ ਇਸ ਕਠਿਨ ਰਾਹ 'ਤੇ ਕਈ ਡੋਲ ਜਾਂਦੇ ਨੇ ਤੇ ਜਿਹੇ ਬਣ ਜਾਂਦੇ ਨੇ ਕਿ ਕੋਈ ਰਾਹ ਦਿਸਦਾ ਹੀ ਨਹੀਂ। ਇਮੀਗ੍ਰੇਸ਼ਨ ਨੀਤੀ ਤਹਿਤ ਕੈਨੇਡਾ ਦੀ ਸਰਕਾਰ ਵੱਲੋਂ ਦੇਸ਼ ਦੇ ਦਰਵਾਜ਼ੇ ਬੀਤੇ ਸਾਰੇ ਸਮੇਂ ਨਾਲੋਂ ਵੱਧ ਖੋਲ੍ਹੇ ਗਏ ਨੇ। ਇੱਥੋਂ ਤੱਕ ਕੀ ਵਾਪਰਿਆ ਆ ਕਿ ਸਹੀ ਵੀਜ਼ਾ ਲੈ ਕੇ ਕੈਨੇਡਾ ਦੇ ਹਵਾਈ ਅੱਡਿਆਂ ਅੰਦਰ ਪਹੁੰਚ ਰਹੇ ਵਿਦੇਸ਼ੀਆਂ ਨੂੰ ਨਿੱਕੇ ਨਿੱਕੇ ਨੁਕਸ ਕੱਢ ਕੇ ਵਾਪਸ ਮੁੜਨ ਦਾ ਰੁਝਾਨ ਹੁਣ ਬੰਦ ਕਰ ਦਿੱਤਾ ਗਿਆ ਆ।
2023 ਤੋਂ 2025 ਤੱਕ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਵਿੱਚ ਸਰਕਾਰ ਵੱਲੋਂ ਯੋਗਤਾ ਪ੍ਰਾਪਤ ਅਤੇ ਕੈਨੇਡਾ ਦੀਆਂ ਰੁਜ਼ਗਾਰ ਮੰਡੀ ਦੀਆਂ ਜ਼ਰੂਰਤਾਂ ਮੁਤਾਬਕ ਵਿਦੇਸ਼ੀਆਂ ਨੂੰ ਆਉਣ ਦਾ ਮੌਕਾ ਪਹਿਲ ਦੇ ਆਧਾਰ ਦੇ ਉੱਤੇ ਦਿੱਤਾ ਜਾ ਰਿਹਾ। ਵਰਕ ਪਰਮਿਟ ਵੀ ਇਸੇ ਆਧਾਰ ਤੇ ਵੱਧ ਦਿੱਤੇ ਜਾ ਰਹੇ ਨੇ। ਸ਼ਰਨਾਰਥੀ ਅਤੇ ਤਰਸ ਦੇ ਆਧਾਰ ਤੇ ਇਮੀਗ੍ਰੇਸ਼ਨ ਨੂੰ ਬਹੁਤਾ ਉਤਸ਼ਾਹਿਤ ਨਹੀਂ ਕੀਤਾ ਜਾਂਦਾ। ਬਜ਼ੁਰਗਾਂ ਦੇ ਮੁਕਾਬਲੇ ਨੌਜਵਾਨ ਉਮਰ ਦੇ ਲੋਕਾਂ ਨੂੰ ਪੱਕੇ ਵੀਜ਼ੇ ਚੋਣ ਵਿੱਚ ਪਹਿਲ ਹੈ। ਇੱਥੋਂ ਤੱਕ ਕਿ ਕੈਨੇਡਾ ਵਿੱਚ ਪਹੁੰਚ ਕੇ ਸਥਾਪਿਤ ਹੋ ਚੁੱਕੇ ਲੋਕਾਂ ਦੇ ਮਾਪਿਆਂ ਨੂੰ ਪੱਕੀ ਇਮੀਗ੍ਰੇਸ਼ਨ ਦੇਣ ਤੋਂ ਵੀ ਸਰਕਾਰ ਨੇ ਬੀਤੇ ਲਗਭਗ 10 ਸਾਲਾਂ ਤੋਂ ਕਿਨਾਰਾ ਕੀਤਾ ਹੋਇਆ। ਪਰ ਯੋਗਤਾ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਰਹਿ ਰਹੇ ਉਹਨਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਤੱਕ ਪਹੁੰਚਣ ਵਿੱਚ ਰਾਹਤ ਦਿੱਤੀ ਜਾਂਦੀ ਹੈ। ਕੈਨੇਡਾ ਦੀ ਲੋੜ ਮੁਤਾਬਕ ਯੋਗਤਾ ਵਿੱਚ ਵਿੱਦਿਆ, ਕਿੱਤੇ ਦੇ ਤਜਰਬੇ ਅਤੇ ਬੋਲੀ ਦੇ ਗਿਆਨ ਨੂੰ ਪ੍ਰਮੁੱਖ ਪੈਮਾਨੇ ਵਜੋਂ ਲਿਆ ਜਾਂਦਾ। ਆਪਣੇ ਦੇਸ਼ਾਂ ਵਿੱਚ BA ਜਾਂ MA ਦੇ ਨਾਲ ਤਕਨੀਕੀ ਸਿੱਖਿਆ ਅਤੇ 3 ਤੋਂ 4 ਸਾਲਾਂ ਦੇ ਕੰਮ ਦੇ ਤਜਰਬੇ ਨਾਲ IELTS ਦੇ 6.5 ਤੋਂ 7.5 ਤੱਕ ਬੈਂਡ ਲੈ ਸਕਣ ਵਾਲੇ ਵਿਦੇਸ਼ੀਆਂ ਨੂੰ ਆਪਣੇ ਦੇਸ਼ਾਂ ਤੋਂ ਐਕਸਪ੍ਰੈਸ ਐਂਟਰੀ ਰਾਹੀਂ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਦਾ ਵੀਜ਼ਾ ਲੈ ਕੇ ਲਗਭਗ ਮੁਫਤ ਵਿੱਚ ਹੀ ਕਹਿ ਲਈਏ ਆਪਾਂ ਕੈਨੇਡਾ ਪਹੁੰਚਣ ਦੀਆਂ ਸੰਭਾਵਨਾਵਾਂ ਮੌਜੂਦ ਨੇ। ਤੇ ਅਜਿਹੀ ਯੋਗਤਾ ਹਾਸਲ ਕੀਤੇ ਬਿਨਾਂ 12ਵੀਂ ਕੋ ਪੜ੍ਹ ਕੇ ਕੈਨੇਡਾ ਵਿੱਚ ਜਾਣ ਦੀ ਕਾਹਲੀ ਕਰਨ ਨਾਲ ਉੱਥੇ ਇੱਕ ਵੱਡੇ ਸੰਘਰਸ਼ ਜਿਹੜੇ ਨੇ ਉਹਦੇ ਰਾਹ ਖੁੱਲ੍ਹਦੇ ਨੇ। ਕਾਹਲੀ ਅੱਗੇ ਟੋਏ ਤੇ ਕਹਿੰਦੇ ਕਾਹਲੇ ਕੰਮ ਕਦੇ ਨਾ ਹੋਏ, ਜਿਸ ਦੇ ਸਿੱਟੇ ਵਜੋਂ ਮੁੰਡੇ ਅਤੇ ਕੁੜੀਆਂ ਬਾਰੇ ਅਨੇਕ ਪ੍ਰਕਾਰ ਦੀਆਂ ਦੁਖਦਾਈ ਅਤੇ ਪਰੇਸ਼ਾਨ ਕਰ ਦੇਣ ਵਾਲੀਆਂ ਖਬਰਾਂ ਦੀ ਸਿਆਹੀ ਘੱਟ ਹੀ ਸੁੱਕਦੀ ਹੈ, ਕਿਉਂਕਿ ਹਰ ਰੋਜ਼ ਨਵੀਂ ਖਬਰ ਜਿਹੜੀ ਹੈ ਉਹ ਅਖਬਾਰਾਂ ਦੀ ਸੁਰਖੀ ਬਣੀ ਹੁੰਦੀ ਹੈ। ਪਰ ਆਪਣੇ ਦੇਸ਼ ਵਿੱਚ ਯੋਗਤਾ ਪ੍ਰਾਪਤ ਕਰਨ ਤੋਂ ਬਾਅਦ ਪੱਕੇ ਵੀਜ਼ੇ ਨਾਲ ਕੈਨੇਡਾ ਪਹੁੰਚਣ ਵਾਲੇ ਲੋਕਾਂ ਬਾਰੇ ਅਜਿਹੀਆਂ ਖਬਰਾਂ ਨਹੀਂ ਹਨ। ਸੋ ਇਸ ਫਰਕ ਨੂੰ ਸਮਝਣਾ ਸਮੇਂ ਦੀ ਲੋੜ ਹੈ। ਉੱਧਰ ਰਹਿਣ ਵਾਲਿਓ ਤੁਸੀਂ ਵੀ ਇਮਾਨਦਾਰੀ ਵਰਤ ਲਓ, ਚੰਗੀਆਂ ਆਦਤਾਂ ਪਾਲੋ ਤੇ ਇੱਧਰੋਂ ਭੇਜਣ ਵਾਲੇ ਮਾਪਿਓ ਚੰਗੀ ਤਰ੍ਹਾਂ ਬੱਚੇ ਨੂੰ ਪਰਪੱਕ ਕਰ ਲਓ। ਨਿਆਣਾ ਤਾਂ ਹਜੇ 10ਵੀਂ ਤੱਕ ਖੇਡਦਾ ਬੱਚਾ ਹੀ ਸੀ, 12ਵੀਂ ਤੱਕ ਵੀ ਬੱਚਾ ਹੀ ਸੀ। ਤੁਹਾਡੇ ਘਰਾਂ ਦੇ ਵਿੱਚ ਤੁਹਾਡੀਆਂ ਝੋਲੀਆਂ 'ਚ ਹੀ ਮਾਵਾਂ ਦੇ ਪਲੇ ਆ, ਉਹਨਾਂ ਨੂੰ ਤਾਂ ਹਜੇ ਪਤਾ ਹੀ ਨਹੀਂ ਜ਼ਿੰਦਗੀ ਦੇ ਰੰਗ। ਉਹਨਾਂ ਨੇ ਕੋਈ ਬਾਹਰ ਨਹੀਂ ਦੇਖਿਆ, ਕੋਈ ਪਰੇ ਪੰਚਾਇਤ 'ਚ ਨਹੀਂ ਬੈਠੇ, ਕੋਈ ਹੋਰ ਨਹੀਂ ਘੁੰਮੇਗੇ। ਤੁਸੀਂ ਸਿੱਧੇ IELTS ਕਰਾਇਆ ਹੀ 12ਵੀਂ ਤੋਂ ਬਾਅਦ ਚੱਕ ਕੇ ਬਾਹਰ ਭੇਜਤੇ ਆ। ਤੇ ਜਿੱਥੇ ਉਹਨਾਂ ਨੇ ਦੁੱਖ ਸੁੱਖ ਦੇ ਵਿੱਚ ਮਾਪਿਆਂ ਦੇ ਨਾਲ ਹਰ ਗੱਲ ਫਰੋਲਣੀ, ਉਹ ਫਰੋਲਣ ਕੀ ਦੇ ਨਾਲ। ਤੇ ਫਿਰ ਜੇ ਉਹ ਮੌਤ ਦੇ ਮੂੰਹ 'ਚ ਨਾ ਜਾਣਗੇ ਤੇ ਫਿਰ ਹੋਊਗਾ ਕੀ ਹੈ। ਜੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ, ਔਲਾਦਾਂ ਨੂੰ, ਧੀਆਂ ਪੁੱਤਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੰਜਾਬੀ ਮਾਪਿਓ ਤੁਸੀਂ ਸੁਧਰ ਜਾਓ। ਜੇ ਵਾਕਿਆ ਹੀ ਆਪਣੀ ਅੰਸ਼-ਵੰਸ਼ ਕਾਇਮ ਰੱਖਣੀ ਚਾਹੁੰਦੇ ਹੋ ਤਾਂ ਜ਼ਰੂਰ ਆਪਣੇ ਧੀਆਂ ਪੁੱਤਰਾਂ ਨੂੰ ਇੱਧਰ ਘੱਟੋ ਘੱਟ ਸਮਾਂ ਦਿਓ। ਜਦੋਂ ਇੱਧਰ ਪੂਰੀ ਤਰੀਕੇ ਨਾਲ ਉਹ ਨੌਲੇਜ ਲੈ ਲੈਣ, ਸਿੱਖ ਲੈਣ, ਪੜ੍ਹ ਗੁੜ ਲੈਣ, ਫਿਰ ਜਾ ਕੇ ਬੇਸ਼ੱਕ IELTS ਕਰਾ ਕੇ ਕੋਈ ਕੋਰਸ ਕਰਾ ਕੇ ਭੇਜੋ, ਤਾਂ ਕਿ ਉੱਥੇ ਜਾ ਕੇ ਡੁੱਕ ਨਾ ਵੱਜਣ ਤੇ ਫਿਰ ਮੌਤ ਦੇ ਮੂੰਹ ਵਿੱਚ ਨਾ ਪੈਣ। ਸੋ ਉਮੀਦ ਕਰਦਾ ਹਾਂ ਕਿ ਤੁਸੀਂ ਇਹਨਾਂ ਗੱਲਾਂ 'ਤੇ ਗੌਰ ਕਰੋਗੇ ਤਾਂ ਕਿ ਫਿਰ ਸਾਡੇ ਧੀਆਂ ਪੁੱਤਰ ਇਸ ਤਰੀਕੇ ਮੌਤ ਦੇ ਮੂੰਹ ਵਿੱਚ ਨਾ ਜਾਣ। ਸੋ ਦੋਸਤੋ, ਇਹ ਸੀ 2 ਖਬਰਾਂ ਜਿਨ੍ਹਾਂ ਉੱਤੇ ਗੱਲਬਾਤ ਕੀਤੀ। ਇੱਥੇ ਕਰਦੇ ਹਾਂ ਸਮਾਪਤੀ। ਕੈਮਰਾ ਪਰਸਨ ਜਸ਼ਨਦੀਪ ਦੇ ਨਾਲ ਕਮਲਜੀਤ ਸਿੱਧੂ ਦਾ ਪੰਜਾਬ ਟਾਕਸ। ਜਦੋਂ US ਅਤੇ ਕੈਨੇਡਾ ਵਿਚਕਾਰ ਸਰਹੱਦ ਪਾਰ ਸ਼ਿਪਿੰਗ ਦੀ ਗੱਲ ਆਉਂਦੀ ਹੈ ਤਾਂ ਤੁਹਾਨੂੰ ਲੋੜ ਹੈ ਅਜਿਹੀ ਕੰਪਨੀ ਦੀ ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜਿਸ ਕੋਲ ਕੰਮ ਨੂੰ ਸਹੀ ਢੰਗ ਨਾਲ ਕਰਨ ਦਾ ਅਨੁਭਵ, ਮੁਹਾਰਤ ਅਤੇ ਸਰੋਤ ਹੋਣ। ਤੁਹਾਨੂੰ ਲੋੜ ਹੈ ਫੋਰਟਰੈਕਸ ਦੀ। ਉੱਤਰੀ ਅਮਰੀਕਾ ਵਿੱਚ ਪ੍ਰਮੁੱਖ ਕ੍ਰਾਸ ਬਾਰਡਰ ਟਰੱਕਿੰਗ ਲਈ ਸਭ ਤੋਂ ਭਰੋਸੇਮੰਦ ਅਤੇ ਤਜਰਬੇਕਾਰ ਕੰਪਨੀ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਫੋਰਟਰੈਕਸ, ਤੁਹਾਡੀ ਆਪਣੀ ਨਾਰਥ ਅਮਰੀਕਾ ਵਾਈਡ ਕੰਪਨੀ। ਫੋਰਟਰੈਕਸ ਤੁਹਾਨੂੰ ਪ੍ਰੋਵਾਈਡ ਕਰਦੀ ਹੈ ਕੈਨੇਡਾ ਵਾਈਡ ਅਤੇ ਕ੍ਰਾਸ ਬਾਰਡਰ ਟਰਾਂਸਪੋਰਟ ਸਰਵਿਸਿਜ਼, ਜਿੱਥੇ ਕਿ ਡੈਡੀਕੇਟਿਡ ਰਨਸ ਕੈਲੀਫੋਰਨੀਆ ਤੇ ਟੈਕਸਸ ਦੇ ਨਾਲ ਕੈਨੇਡਾ ਵਾਈਡ ਫਲੈਕਸੀਬਲ ਵਰਕ ਵੀ ਪ੍ਰੋਵਾਈਡ ਕੀਤਾ ਜਾਂਦਾ ਹੈ। ਸਾਡੀ ਡਿਸਪੈਚ ਟੀਮ ਕੰਜ਼ਿਊਮਰ ਅਤੇ ਕਸਟਮਰ ਦੋਨਾਂ ਲਈ ਹੀ 24 ਆਵਰ ਕੰਮ ਕਰਦੀ ਹੈ ਅਤੇ ਇਸੇ ਦੇ ਨਾਲ ਹੀ 24 ਆਵਰ ਰੋਡ ਸਾਈਡ ਅਸਿਸਟੈਂਸ ਸਾਡੇ ਡਰਾਈਵਰ ਵੀਰਾਂ ਵਾਸਤੇ ਉਪਲਬਧ ਕੀਤੀ ਜਾਂਦੀ ਹੈ, ਜਿੱਥੇ ਕਿ ਯਾਰਡ ਦੇ ਵਿੱਚ ਹੀ ਤੁਹਾਨੂੰ ਸਕੇਲ, ਕ੍ਰਾਸਟਾਕ ਅਤੇ ਫਿਊਲ ਸਟੇਸ਼ਨ ਦੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਤੁਹਾਡਾ ਸਮਾਨ, ਪਿਆਰ ਤੇ ਵਿਸ਼ਵਾਸ ਕਿੰਨਾ ਜ਼ਿਆਦਾ ਕੀਮਤੀ ਹੈ, ਇਸ ਗੱਲ ਨੂੰ ਫੋਰਟਰੈਕਸ ਚੰਗੀ ਤਰ੍ਹਾਂ ਸਮਝਦਾ ਹੈ ਅਤੇ ਅਸੀਂ ਇਸ ਨੂੰ ਬਹੁਤ ਸਾਵਧਾਨੀ ਤੇ ਧਿਆਨ ਨਾਲ ਤੁਹਾਡੇ ਆਪਣਿਆਂ ਤੱਕ ਪਹੁੰਚਾਉਂਦੇ ਹਾਂ। ਸਾਡੀ ਆਧੁਨਿਕ ਟਰੈਕਿੰਗ ਟੈਕਨੋਲੋਜੀ ਦੀ ਮਦਦ ਨਾਲ ਤੁਸੀਂ ਆਪਣੀ ਸ਼ਿਪਮੈਂਟ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਭਾਵੇਂ ਮੰਜ਼ਿਲ ਕਿੰਨੀ ਹੀ ਦੂਰ ਕਿਉਂ ਨਾ ਹੋਏ, ਫੋਰਟਰੈਕਸ ਤੁਹਾਡਾ ਪਿਆਰ ਤੁਹਾਡੇ ਆਪਣਿਆਂ ਤੱਕ ਪਹੁੰਚਾਉਣ ਲਈ ਹੈ ਹਮੇਸ਼ਾ ਤਿਆਰ। ਅੱਜ ਹੀ ਸਾਡੀ ਡਰਾਈਵਰਾਂ, ਵੇਅਰਹਾਊਸਾਂ ਅਤੇ ਲੌਜਿਸਟਿਕ ਮਾਹਿਰਾਂ ਦੇ ਵਿਆਪਕ ਨੈਟਵਰਕ ਨਾਲ ਜੁੜੋ ਤੇ ਆਪਣੇ ਕਾਰੋਬਾਰ ਨੂੰ ਉਚੇਰੇ ਪੱਧਰ ਤੇ ਲੈ ਜਾਓ। ਫੋਰਟਰੈਕਸ ਤੁਹਾਡਾ ਭਰੋਸਾ ਹਮੇਸ਼ਾ ਬਰਕਰਾਰ ਰੱਖਦੀ ਆਈ ਹੈ ਤੇ ਹਮੇਸ਼ਾ ਰੱਖੇਗੀ।
ਹੋਰ ਜਾਣਨ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ। ਬੈਡ ਹੇਅਰ ਡੇ, ਡੋਂਟ ਵਰੀ, ਅਸੀਂ ਤੁਹਾਡੀ ਹਰ ਜ਼ਰੂਰਤ ਨੂੰ ਸਮਝਦੇ ਹਾਂ। ਸ਼ਹਿਰ ਦੀ ਸਭ ਤੋਂ ਵਧੀਆ ਤੇ ਬਜਟ ਫ੍ਰੈਂਡਲੀ ਹੇਅਰ ਸੈਲੂਨ ਵਿੱਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰਮਨ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਜਸ ਆਰਜੇ ਹੇਅਰ ਸਲੂਨ ਤੋਂ। ਸਾਡੇ ਟੈਲੈਂਟਡ ਸਟਾਈਲਿਸਟ ਤੁਹਾਨੂੰ ਆਪਣੀ ਪਸੰਦ ਅਨੁਸਾਰ ਹੇਅਰ ਕੱਟ, ਕਲਰ ਅਤੇ ਸਟਾਈਲ ਦਿੰਦੇ ਨੇ ਜੋ ਤੁਹਾਡੀ ਲੁੱਕ ਨੂੰ ਸੂਟ ਕਰਦਾ ਹੈ। ਇਸ ਲਈ ਸਿਰਫ ਉੱਚ ਗੁਣਵੱਤਾ ਵਾਲੇ ਪ੍ਰੋਡਕਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਜੋ ਤੁਹਾਡਾ ਸਟਾਈਲ ਤੇ ਖੂਬਸੂਰਤੀ ਰਹੇ ਹਮੇਸ਼ਾ ਬਰਕਰਾਰ। ਆਰਜੇ ਹੇਅਰ ਸਲੂਨ ਤੁਹਾਨੂੰ ਪ੍ਰੋਵਾਈਡ ਕਰਦਾ ਹੈ ਹੇਅਰ ਸਮੂਥਨਿੰਗ, ਕੈਰਾਟਿਨ ਹੇਅਰ ਸਮੂਥਨਿੰਗ, ਕੈਰਾਟਿਨ ਟ੍ਰੀਟਮੈਂਟਸ, ਹੇਅਰ ਕੱਟ, ਹੇਅਰ ਸਪਾਸ, ਕਲਰ ਕਰੈਕਸ਼ਨਸ, ਰੂਟ ਰੀਟੱਚ, ਹਾਈਲਾਈਟਸ, ਬੈਲਿਆਜ। ਇਸੇ ਦੇ ਨਾਲ ਮੈਨਸ ਸੈਕਸ਼ਨ ਦੇ ਵਿੱਚ ਅਸੀਂ ਪ੍ਰੋਵਾਈਡ ਕਰਦੇ ਹਾਂ ਹੇਅਰ ਕੱਟਸ, ਫੇਡਸ, ਸ਼ੇਵ, ਬੀਅਰਡ ਟ੍ਰਿਮਸ ਐਂਡ ਸਪੈਸ਼ਲੀ ਬੀਅਰਡ ਟ੍ਰਿਮਸ ਵਿਦ ਸੀਜ਼ਰ। ਸਾਡੇ ਕੋਲੇ ਸਾਰਾ ਸਟਾਫ ਬਹੁਤ ਹੀ ਕੁਆਲੀਫਾਈਡ ਹੈ। ਸਾਰੀ ਸਰਵਿਸਿਜ਼ ਵੈਕਸਿੰਗ, ਕੈਰਾਟਿਨ, ਸਮੂਥਨਿੰਗ, ਹਾਈਲਾਈਟਸ, ਐਵਰੀਥਿੰਗ ਵੀ ਪ੍ਰੋਵਾਈਡ ਹੇਅਰ। ਅਸੀਂ ਗਾਰੰਟੀ ਦਿੰਦੇ ਹਾਂ ਕਿ ਸੈਲੂਨ ਤੋਂ ਬਾਹਰ ਨਿਕਲਦੇ ਸਾਰ ਤੁਸੀਂ ਮਹਿਸੂਸ ਕਰੋਗੇ ਥੋੜਾ ਜ਼ਿਆਦਾ ਖੂਬਸੂਰਤ, ਥੋੜਾ ਹੋਰ ਜ਼ਿਆਦਾ ਕੌਨਫੀਡੈਂਟ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਮਨਵੀਰ ਸਿੰਘ ਤੇ ਮੈਂ ਬਰੈਂਪਟਨ ਤੋਂ ਮੂਵ ਹੋਇਆ ਸੀ ਵਿਨੀਪੈਗ ਤੇ ਮੈਂ ਸਰਚ ਕਰਦਾ ਸੀਗਾ ਬੈਸਟ ਹੇਅਰ ਸਲੂਨ ਇਨ ਵਿਨੀਪੈਗ ਤੇ ਮੈਨੂੰ ਪਹਿਲੇ ਨੰਬਰ ਤੇ ਆਇਆ ਆਰਜੇ ਹੇਅਰ ਸਲੂਨ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈ ਤਰੁਣ। ਮੈਂ ਤੁਹਾਨੂੰ ਰეკਮੈਂਡ ਕਰਾਂਗਾ ਕਿ ਆਰਜੇ ਹੇਅਰ ਸਲੂਨ ਤੇ ਆਓ ਤੇ ਇੱਥੇ ਤੁਹਾਨੂੰ ਆਪਣੇ ਹਰ ਤਰ੍ਹਾਂ ਦੀ ਹੇਅਰ ਸਟਾਈਲਿੰਗ ਔਰ ਬੀਅਰਡ ਸਟਾਈਲਿੰਗ ਮਿਲ ਜੇਗੀ। Hi, my name is Lindsay. I've been coming to RJ Hair Salon since they opened up 4 years ago, and Jazz has always been fantastic with my hair. ਅਸੀਂ ਸਿਰਫ ਹੇਅਰ ਕੱਟ ਨਹੀਂ ਕਰਦੇ ਬਲਕਿ ਤੁਹਾਡੀ ਖੂਬਸੂਰਤੀ ਸੰਵਾਰਦੇ ਹਾਂ ਕਿਉਂਕਿ ਸਾਡਾ ਮੰਨਣਾ ਹੈ ਜਦੋਂ ਤੁਸੀਂ ਖੁਦ ਨੂੰ ਚੰਗੇ ਲੱਗਦੇ ਹੋ ਤਾਂ ਤੁਹਾਨੂੰ ਸਭ ਚੰਗਾ ਲੱਗਦਾ ਹੈ। Your own saloon, your own style. ਤਾਂ ਇਸ ਨਾਲ ਹੀ ਸਾਡੀ ਅਨਦਰ ਆਰਜੇ ਹੇਅਰ ਸਲੂਨ ਦੀ ਬ੍ਰਾਂਚ ਓਪਨ ਹੋ ਰਹੀ ਹੈ ਜਿਹਦੀ ਕਿ ਲੋਕੇਸ਼ਨ ਆ 601 ਮਨਰੋ ਐਵਨਿਊ। ਤਾਂ ਤੁਸੀਂ ਉੱਥੇ ਵੀ ਜ਼ਰੂਰ ਵਿਜ਼ਿਟ ਕਰ ਸਕਦੇ ਹੋ। ਈਸਟ ਦੇ ਵਿੱਚ ਰਹਿੰਦੇ ਕਸਟਮਰਸ ਲਈ ਨੇੜੇ ਆ ਤੇ ਸਾਡਾ ਕੰਟੈਕਟ ਨੰਬਰ ਆ 2049988959। ਆਪਣੇ ਵਾਲਾਂ ਦੇ ਸਕਿਨ ਨੂੰ ਦਿਓ ਇੱਕ ਨਵੀਂ ਪਹਿਚਾਨ। ਅੱਜ ਹੀ ਕਾਲ ਕਰੋ ਜਾਂ ਵਿਜ਼ਿਟ ਕਰੋ ਆਰਜੇ ਹੇਅਰ ਸੈਲੂਨ। ਤੁਹਾਡੀਆਂ ਗੱਡੀਆਂ ਲਈ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਜਾਂ 4 ਵੀਲਰ ਹੈਲਪਲਾਈਨ ਜੇਕਰ ਤੁਸੀਂ ਭਾਲ ਰਹੇ ਹੋ ਤਾਂ ਸੰਪਰਕ ਕਰੋ ਤੁਹਾਡੇ ਆਪਣੇ ਸ਼ਹਿਰ ਵਿਨੀਪੈਗ 'ਚ ਟਾਊਨ ਆਟੋ ਬਾਡੀ ਵਿਖੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਸ਼ਮਸ਼ੇਰ ਸਿੰਘ, ਟਾਊਨ ਆਟੋ ਬਾਡੀ ਤੋਂ। ਰੱਬ ਨਾ ਕਰੇ ਤੁਹਾਡੀ ਗੱਡੀ ਨੂੰ ਕੁਝ ਹੋ ਜਾਂਦਾ ਵਾ ਤੇ ਤੁਸੀਂ ਸਿੱਧਾ ਟਾਊਨ ਆਟੋ ਬਾਡੀ ਤੇ ਆਓ। ਅਸੀਂ ਇੱਥੇ ਇਹ ਸਾਡੀ ਜਿਹੜੀ ਸ਼ਾਪ ਹੈਗੀ ਡਾਇਰੈਕਟ ਰਿਪੇਅਰ ਸ਼ਾਪ ਹੈਗੀ ਆ। ਅਸੀਂ ਆਪਣੇ ਆਪ ਹੀ ਐਮਪੀਏ ਨੂੰ ਕਾਲ ਕਰਕੇ ਤੁਹਾਡੀ ਗੱਡੀ ਦਾ ਕਲੇਮ ਖੋਲ ਦਿੰਦੇ ਹਾਂ ਤੇ ਤੁਹਾਡੀ ਗੱਡੀ ਦਾ ਐਸਟੀਮੇਟ ਬਣਾ ਕੇ ਐਮਪੀਏ ਨੂੰ ਭੇਜ ਦਿੰਦੇ ਹਾਂ। ਕੋਈ ਵੀ ਤੁਹਾਡੀ ਗੱਡੀ ਤੇ ਸਕ੍ਰੈਚ, ਡੈਂਟ ਜਾਂ ਕੋਈ ਤੁਹਾਡੀ ਗੱਡੀ ਦੇ ਕੋਈ ਸ਼ੀਸ਼ੇ ਤੋੜ ਗਿਆ ਵਾ, ਤੁਸੀਂ ਸਾਨੂੰ ਕਾਲ ਕਰੋ, ਅਸੀਂ ਆਪਣੇ ਆਪ ਹੀ ਗਲਾਸ ਕਲੇਮ ਖੋਲ ਲੈਂਦੇ। ਇਹ ਸ਼ਾਪ ਜਿਹੜੀ ਆ ਇਹ ਐਮਪੀਏ ਦੀ ਕ੍ਰੈਡਿਟ ਸ਼ਾਪ ਹੈਗੀ ਆ ਵਾ। ਅਸੀਂ ਸਿੱਧੀ ਡਾਇਰੈਕਟ ਬਿਲਿੰਗ ਕਰਦੇ ਹਾਂ ਐਮਪੀਏ ਨੂੰ। ਇੱਥੇ ਅਸੀਂ ਆਪ ਹੀ ਗਲਾਸ ਕਲੇਮ ਵੀ ਖੋਲ੍ਹਦੇ ਨੇ। ਤੁਹਾਨੂੰ ਗਲਾਸ ਕਲੇਮ ਖੋਲ੍ਹਣ ਦੀ ਫੋਨ ਦੀ ਲੋੜ ਨਹੀਂ ਹੈਗੀ। ਅਸੀਂ ਆਪਣੇ ਆਪ ਇੱਥੇ ਗਲਾਸ ਕਲੇਮ ਖੋਲ੍ਹਦੇ। ਜਦੋਂ ਤੱਕ ਤੁਹਾਡੀ ਗੱਡੀ ਇੱਥੇ ਸ਼ਾਪ 'ਤੇ ਰਹੂਗੀ ਉਦੋਂ ਤੱਕ ਅਸੀਂ ਕਾਰ ਰੈਂਟਲ ਵੀ ਦੇਵਾਂਗੇ। ਵੈਨਾਂ, ਟਰੱਕ, SUV ਕੋਈ ਵੀ ਤੁਹਾਨੂੰ ਕਾਰ ਰੈਂਟਲ ਵੀ ਚਾਹੀਦੀ ਹੋਈ ਅਸੀਂ ਕਾਰ ਰੈਂਟਲ ਵੀ ਤੁਹਾਨੂੰ ਦੇਵਾਂਗੇ। ਆਪਣੀ ਸ਼ਾਪ ਲੋਕੇਸ਼ਨ ਹੈਗੀ ਆ 64 ਸਾਲਟਰ ਸਟਰੀਟ ਵਿਨੀਪੈਗ ਦੇ ਵਿੱਚ। ਜਿਵੇਂ ਤੁਹਾਨੂੰ ਪਤਾ ਹੀ ਹੈ ਸਨੋ ਆ ਰਹੀ ਹੈ ਵਿਨੀਪੈਗ ਦੇ ਵਿੱਚ, ਉਵੇਂ ਤੁਹਾਡੇ ਲਈ ਅਸੀਂ ਵਿੰਟਰ ਟਾਇਰ ਪ੍ਰੋਗਰਾਮ ਲੈ ਕੇ ਆਏ। ਐਮਪੀਏ ਦਾ ਵਿੰਟਰ ਟਾਇਰ ਪ੍ਰੋਗਰਾਮ ਆ, ਉਹਦੇ ਵਿੱਚ $2000 ਤੱਕ ਤੁਹਾਨੂੰ ਐਮਪੀ ਹੀ ਲੋਨ ਦਿੰਦੀ ਆ। ਵਿੰਟਰ ਟਾਇਰ ਪ੍ਰੋਗਰਾਮ ਵਿੱਚ ਅਲੋਏ ਵੀਲਸ, ਟਾਇਰ ਅਲਾਈਨਮੈਂਟ ਤੁਸੀਂ ਕਰਵਾ ਸਕਦੇ ਹੋ। ਕੋਈ ਵੀ ਤੁਹਾਨੂੰ ਜਾਣਕਾਰੀ ਦੀ ਲੋੜ ਆ ਤੁਸੀਂ ਸਾਨੂੰ ਜਦੋਂ ਮਰਜ਼ੀ ਫੋਨ ਕਰ ਲਓ 2044211300 ਤੇ, ਜਾਂ ਤੁਸੀਂ ਸਾਡੀ ਵੈਬਸਾਈਟ ਤੇ ਜਾ ਲਓ www.townautobody.ca। ਉਹਦੇ ਵਿੱਚ ਤੁਸੀਂ 24/7 ਲਾਈਵ ਚੈਟ ਤੁਸੀਂ ਏਜੰਟ ਦੇ ਨਾਲ ਕਰ ਸਕਦੇ ਹੋ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੀ ਗੱਡੀ ਦਾ ਇੱਥੇ ਇੱਕ ਡੈਂਟ ਜਿਹਾ ਪੈ ਗਿਆ ਸੀਗਾ। ਉਸ ਤੋਂ ਬਾਅਦ ਮੈਂ ਇਹਨਾਂ ਕੋਲ ਟਾਊਨ ਆਟੋ ਬਾਡੀ ਵਾਲਿਆਂ ਕੋਲ ਆਇਆ ਤੇ MPI ਤੋਂ ਕਲੇਮ ਲੈਣ ਤੋਂ ਬਾਅਦ ਇਹਨਾਂ ਕੋਲ ਗੱਡੀ ਆਪਾਂ ਨੇ ਰੱਖ ਦਿੱਤੀ ਤੇ ਥੋੜੀ ਦਿਨਾਂ ਦੇ ਵਿੱਚ ਇਹਨਾਂ ਨੇ ਗੱਡੀ ਮੇਰੀ ਪੂਰੀ ਚੰਗੀ ਤਰ੍ਹਾਂ ਮੁਕੰਮਲ ਕਰਕੇ ਸਹੀ ਕਰਕੇ ਦੇ ਦਿੱਤੀ ਹੈ ਤੇ ਨਾਲ ਦੀ ਨਾਲ ਇਹਨਾਂ ਨੇ ਗੱਡੀ ਦੀ ਮੇਰੀ ਦੀ ਡਿਟੇਲਿੰਗ ਵੀ ਕਰਤੀ, ਧੋਤੀ ਤੇ ਗੱਡੀ ਪੂਰੀ ਲਿਸ਼ਕਾਤੀ ਤੇ ਬਹੁਤ ਵਧੀਆ ਜਿਹੜੀ ਆ ਕਸਟਮਰ ਸਰਵਿਸ ਵੀ ਦਿੰਦੇ ਨੇ। ਤੇ ਜੇਕਰ ਤੁਹਾਨੂੰ ਉਸ ਟਾਈਮ ਤੇ ਜੇਕਰ ਤੁਹਾਡੀ ਗੱਡੀ ਖਰਾਬ ਹੋਈ ਹੈ ਤੇ ਕੋਈ ਰੈਂਟਲ ਗੱਡੀ ਤੁਸੀਂ ਚਲਾਉਣ ਨੂੰ ਲੈਣੀ ਹੈ ਤੇ ਉਹ ਵੀ ਜਿਹੜੀ ਹੈ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ। ਮੈਂ ਤੁਹਾਨੂੰ ਹਾਈਲੀ ਰਿਕਮੈਂਡ ਕਰਾਂਗਾ ਵਿਨੀਪੈਗ ਏਰੀਆ ਦੇ ਵਿੱਚ ਜਾਂ ਤੁਸੀਂ ਕਿਸੇ ਹੋਰ ਲਾਗ ਪਾਸ ਦੇ ਏਰੀਆ ਦੇ ਵਿੱਚ ਤੁਹਾਡੀ ਗੱਡੀ ਆ ਖਰਾਬ ਹੁੰਦੀ ਹੈ, ਤੁਸੀਂ ਇਹਨਾਂ ਕੋਲ ਪਹੁੰਚੋ ਤੇ ਬਹੁਤ ਹੀ ਵਧੀਆ ਸਰਵਿਸ ਤੇ ਜਲਦੀ ਜਿਹੜੀ ਤੁਹਾਨੂੰ ਆ ਤੁਹਾਡੀ ਗੱਡੀ ਚੱਲਦੀ ਕਰਕੇ ਦੇ ਦਿੰਦੇ ਨੇ। ਥੈਂਕ ਯੂ ਜੀ।
ਸਰਵਿਸ ਦਾ ਲਾਭ ਉਠਾਉਣ ਲਈ ਹੁਣੇ ਕੰਟੈਕਟ ਕਰੋ ਟਾਊਨ ਆਟੋ ਬਾਡੀ 64 ਸੈਲਟਰ ਸਟਰੀਟ ਵਿਨੀਪੈਗ MB ਕੈਨੇਡਾ ਮੈਨੀਟੋਬਾ। ਸਾਡਾ ਕੰਟੈਕਟ ਨੰਬਰ ਹੈ +1204 421 1300। ਕੀ ਤੁਸੀਂ ਆਪਣੇ ਕਾਰੋਬਾਰ ਵਿੱਚ ਟਰਾਂਸਪੋਰਟੇਸ਼ਨ ਲਈ ਇੱਕ ਭਰੋਸੇਯੋਗ ਸਾਥੀ ਦੀ ਭਾਲ ਕਰ ਰਹੇ ਹੋ ਤਾਂ ਤੁਹਾਨੂੰ ਲੋੜ ਹੈ ਮਹਿਤੋਜ ਗਰੁੱਪ ਲਿਮਟਿਡ ਦੀ, ਜੋ ਕਿ ਹਨ ਭਰੋਸੇਮੰਦ, ਕੁਸ਼ਲ ਤੇ ਕਿਫਾਇਤੀ। ਸਾਡੇ ਮਾਹਿਰਾਂ ਦੀ ਟੀਮ ਯਕੀਨੀ ਬਣਾਉਂਦੀ ਹੈ ਕਿ ਤੁਹਾਡੇ ਸਾਮਾਨ ਨੂੰ ਸਮੇਂ ਸਿਰ ਆਪਣੀ ਮੰਜ਼ਿਲ ਤੇ ਪਹੁੰਚਾਇਆ ਜਾ ਸਕੇ। ਸਾਡੇ ਉન્નਤ ਟਰੈਕਿੰਗ ਸਿਸਟਮ ਨਾਲ ਤੁਸੀਂ ਆਪਣੀਆਂ ਕੀਮਤੀ ਚੀਜ਼ਾਂ ਨੂੰ ਟਰੈਕ ਵੀ ਕਰ ਸਕਦੇ ਹੋ। ਵੇਅਰਹਾਊਸਿੰਗ ਤੇ ਡਿਸਟ੍ਰੀਬਿਊਸ਼ਨ ਤੋਂ ਲੈ ਕੇ ਡਿਲੀਵਰੀ ਤੱਕ ਸਾਡੇ ਕੋਲ ਤੁਹਾਡੀਆਂ ਸਾਰੀਆਂ ਆਵਾਜਾਈ ਲੋੜਾਂ ਨੂੰ ਸੰਭਾਲਣ ਲਈ ਤਜਰਬਾ ਤੇ ਬੁਨਿਆਦੀ ਢਾਂਚਾ ਹੈ। We are a safety-first company with a strong commitment to drivers' well-being. Based in Winnipeg's Centreport District, Matage is a great place to begin your career and take it to new heights. So my name's Rick. I've been working here for several years now. Mostly what we do inside the shop is we do lots of safeties, lots of repairs, brake jobs, and lots of warranty work on the Freightliners. We do lots of servicing inside the shop, trucks, trailers, lots of lighting problems and stuff like that. ਲੌਜਿਸਟਿਕਸ ਨੂੰ ਆਪਣੇ ਕਾਰੋਬਾਰ ਨੂੰ ਰੋਕਣ ਨਾ ਦਿਓ। ਸਾਨੂੰ ਭਾਰੀ ਲਿਫਟਿੰਗ ਨੂੰ ਸੰਭਾਲਣ ਦਿਓ ਤਾਂ ਜੋ ਤੁਸੀਂ ਧਿਆਨ ਕੇਂਦਰਿਤ ਕਰ ਸਕੋ ਆਪਣੇ ਕਾਰੋਬਾਰ ਤੇ। ਮਹਿਤੋਜ ਗਰੁੱਪ ਲਿਮਟਿਡ ਨੂੰ ਬਣਾਓ ਆਪਣਾ ਮਦਦਗਾਰ ਤਾਂ ਜੋ ਤੁਸੀਂ ਨਿਸ਼ਚਿਤ ਹੋ ਕੇ ਸੰਭਾਲ ਸਕੋ ਆਪਣਾ ਕਾਰੋਬਾਰ। ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਅੱਜ ਹੀ ਸੰਪਰਕ ਕਰੋ।